ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਭਰ ਸ੍ਰੀ ਹਰਿ ਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਉ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰ ਬਿ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬ ਸਿੱਖ ਸੰਗਤਾਂ ਮਾਈ ਭਾਈ ਵਡ ਭਾਗਿਓ ਧੰਤਾ ਦੀ ਜੋਗੋ ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਤੇ ਸੁਭਾਈਮਾਨ ਸ਼ਬਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲੀਆਂ ਬਣਾ ਰਹੇ ਹੋ। ਵੱਡਿਆਂ ਭਾਗਾਂ ਵਾਲਿਓ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਲੈ ਕੇ ਧੰਤਾ ਦੇ ਯੋਗ ਬਣੀਏ। ਕੱਲ ਆਪਾਂ ਨੇ ਸਰਵਣ ਕੀਤਾ ਸੀ ਕਿ ਜੋ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਦੇ ਪਰਲੋਕ ਗਮਨ ਤੋਂ ਬਾਅਦ ਦਿਨ ਨਿਯਤ ਕੀਤਾ ਸੀ ਸੋਗ ਸਮਾਗਮ ਦਾ। ਜਿੱਥੇ ਜਿੱਥੇ ਇਹ ਪੱਤਰਕਾਂ ਭੇਜੀਆਂ ਗਈਆਂ, ਜਿੱਥੇ ਜਿੱਥੇ ਹੁਕਮਨਾਮੇ ਭੇਜੇ ਗਏ, ਸਭ ਮਾਈ ਭਾਈ ਚੱਲ ਕਰਕੇ ਸਤਿਗੁਰਾਂ ਦੇ ਨਾਲ ਅਫਸੋਸ ਕਰਨ ਵਾਸਤੇ ਆ ਰਹੇ ਹੈ। ਹੁਣ ਜਿਵੇਂ ਜਿਵੇਂ ਅਫਸੋਸ ਕਰਨ ਵਾਸਤੇ ਆਏ, ਉਹਨਾਂ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ ਬਾਬਾ ਭਾਨਾ ਜੀ ਨੇ ਅਤੇ ਕਾਂਗੜ ਵਾਲਾ ਰਾਜਾ ਰਾਏ ਜੋਧ ਹੈ, ਜਿਨ੍ਹਾਂ ਨੇ ਕਿ ਸਤਿਗੁਰਾਂ ਦੇ ਲਾਗੇ ਬੈਠ ਕਰਕੇ ਜਿੱਥੇ ਅਫਸੋਸ ਕੀਤਾ, ਉੱਥੇ ਬਾਬਾ ਗੁਰਦਿੱਤਾ ਜੀ ਦੇ ਪਰਲੋਕ ਗਮਨ ਦਾ ਬੜਾ ਵੱਡਾ ਦੁੱਖ ਮਨਾਣਾ ਕੀਤਾ। ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਰਾਏ ਜੋਧ, ਕਹਿੰਦੇ ਸਤਿਗੁਰੂ ਤੁਸੀਂ ਸਭ ਕੁਝ ਕਰਨ ਕਰਾਵਨ ਹਾਰ ਸੁਆਮੀ ਸੀ ਤੇ ਤੁਸੀਂ ਕਿਰਪਾ ਦੇ ਘਰ ਵਿੱਚ ਆ ਕੇ ਆਪਣੇ ਸਾਹਿਬਜ਼ਾਦੇ ਨੂੰ ਰੱਖ ਸਕਦੇ ਸੀ ਤੇ ਰੱਖ ਲੈਣਾ ਸੀ। ਜਵਾਨੀ ਪਹਿਰੇ ਵਿੱਚ ਪੁੱਤਰ ਚਲਿਆ ਜਾਏ ਤੇ ਬੜਾ ਵੱਡਾ ਦੁੱਖ ਹੋਣਾ ਕਰਦਾ ਹੈ ਕਿ ਅਸੀਂ ਗੁਰਦਿੱਤਾ ਜੀ ਦੇ ਸਾਥ ਵਿੱਚ ਰਹੇ, ਜਿਨ੍ਹਾਂ ਦਾ ਕਿ ਬੜਾ ਸੁਸ਼ੀਲ ਸੁਭਾਅ ਸੀ, ਬੜੇ ਸੁਲਝੇ ਹੋਏ ਸਿਆਣੇ ਸੀ, ਹਰ ਇੱਕ ਦੇ ਨਾਲ ਮਿੱਠਾ ਬੋਲਦੇ ਸੀ। ਸਤਿਗੁਰੂ ਜੀ ਸਾਥੋਂ ਇਹ ਦੁੱਖ ਸਹਾਰਿਆ ਨਹੀਂ ਜਾਂਦਾ। ਜਿੱਥੇ ਇਹ ਸਤਿਗੁਰਾਂ ਦੇ ਨਾਲ ਬੜੇ ਦੁਖੀ ਹਿਰਦੇ ਦੇ ਨਾਲ ਬਚਨ ਕਰਦੇ ਆ, ਇਤਨੇ ਨੂੰ ਸਤਿਗੁਰਾਂ ਦੀ ਸਪੁੱਤਰੀ ਬੀਬੀ ਵੀਰੋ ਜੀ ਆਪਣੇ ਭਰਾਤਾ ਜੀ ਦਾ ਪਰਲੋਕ ਗਮਨ ਸੁਣ ਕੇ ਤੇ ਆਉਂਦੀ ਹੈ ਅਤੇ ਭਾਈ ਭਾਈ ਕਹਿ ਕਰਕੇ ਵਿਰਲਾਪ ਕਰਦੀ ਹੈ, ਆਵਾਜ਼ਾਂ ਮਾਰਦੀ ਹੈ ਆਪਣੇ ਭਰਾ ਨੂੰ। ਬੜਾ ਸਾਰਾ ਰੁਦਨ ਕੀਤਾ
ਜਿੱਥੇ ਆਪਣੀਆਂ ਮਤਾਵਾਂ ਨੂੰ ਆਕਰ ਕੇ ਮਿਲੇ, ਉੱਥੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਦੇ ਗੱਲ ਲੱਗ ਕਰਕੇ ਤੇ ਬੀਬੀ ਵੀਰੋ ਜੀ ਵਰਲਾਪ ਕਰਦੇ ਆ। ਸਤਿਗੁਰੂ ਜੀ ਮਹਾਰਾਜ ਬੜੇ ਗੰਭੀਰ ਹੋ ਜਾਂਦੇ ਆ, ਪਰ ਆਪਣੀ ਧੀ ਆਪਣੀ ਸਪੁੱਤਰੀ ਨੂੰ ਸਤਿਗੁਰੂ ਜੀ ਧੀਰਜ ਦਿੰਦੇ ਆ। ਧੀਏ, ਇਹ ਪਰਮੇਸ਼ਰ ਦਾ ਹੁਕਮ ਹੈ, ਉਹਦੇ ਹੁਕਮ ਅਨੁਸਾਰ ਇਸ ਸੰਸਾਰ ਤੇ ਕੋਈ ਆ ਰਿਹਾ ਤੇ ਕੋਈ ਜਾ ਰਿਹਾ। ਇਹ ਕਿਸੇ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਹ ਸੰਸਾਰ ਨਾਸ ਹੋ ਜਾਣ ਵਾਲਾ ਹੈ। ਇਦਾਂ ਸਤਿਗੁਰਾਂ ਨੇ ਆਪਣੀ ਧੀ ਨੂੰ ਹੁਣ ਬੜਾ ਸਾਰਾ ਧੀਰਜ ਦੇਣਾ ਕੀਤਾ ਹੈ। ਆਓ ਹੁਣ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਰ ਨਾਰੀ ਨਿਤ ਪ੍ਰਤਨੈ, ਕੀਰਤਪੁਰ ਮੈਂ ਆਏ, ਸੰਬੰਧੀ ਸਿੱਖ ਸੰਗਤਾਂ ਰੋਦ ਦਸੂਕ ਬਦਾਏ। ਕਿ ਜਿਵੇਂ ਜਿਵੇਂ ਇਹ 13ਵੀਂ ਵਾਲਾ ਦਿਨ ਲਾਗੇ ਆਇਆ ਨਾ ਗੁਰੂ ਪਿਆਰੀ ਸਾਧ ਸੰਗਤ ਜੀ, ਨਵੀਆਂ ਤੋਂ ਨਵੀਆਂ ਸੰਗਤਾਂ ਕੀਰਤਨਪੁਰ ਸਾਹਿਬ ਪਹੁੰਚਣ ਲੱਗੀਆਂ। ਜਿੱਥੇ ਜਿੱਥੇ ਵੀ ਦੂਰ ਦਰਾਡੇ ਹੁਕਮਨਾਮੇ ਸਤਿਗੁਰਾਂ ਦੇ ਭੇਜੇ ਗਏ, ਸਭ ਮਾਈ ਭਾਈ ਸਤਿਗੁਰਾਂ ਦੇ ਨਾਲ ਪਿਆਰ ਸਤਿਕਾਰ ਰੱਖਣ ਵਾਲੇ ਸਾਹਿਬਜ਼ਾਦੇ ਦੇ ਪਰਲੋਕ ਗਮਨ ਦੇ ਦੁੱਖ ਨੂੰ ਸੁਣ ਕਰਕੇ ਆ ਰਹੇ ਹੈ। ਅਤੇ ਜਿਵੇਂ ਜਿਵੇਂ ਸਤਿਗੁਰਾਂ ਦੇ ਮਹਿਲਾਂ ਦੇ ਲਾਗੇ ਆਉਂਦੇ ਹੈ ਤੇ ਬੜਾ ਸਾਰਾ ਦੁੱਖ ਵਧਾ ਕੇ ਤੇ ਵਰਲਾਪ ਕਰਦੇ ਹੈ। ਬੜਾ ਸਾਰਾ ਦੁੱਖ ਵਧਾ ਕੇ ਵਰਲਾਪ ਕਰਦੇ ਹੈ। ਉਸ ਵਕਤ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਰਾਏ ਸਾਹਿਬ ਜੀ, ਜਿਨ੍ਹਾਂ ਦੇ ਕੇ ਬਾਲੇ ਛੋਟੀ ਅਵਸਥਾ ਹੈ, ਛੋਟੀ ਉਮਰ ਹੈ, ਛੋਟੀ ਉਮਰ ਹੈ, ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਸ ਛੋਟੇ ਪੋਤਰੇ ਤੋਂ ਬਾਬਾ ਗੁਰਦਿੱਤਾ ਜੀ ਦੀ ਸਾਰੀ ਕਿਰਿਆ ਕਰਮ ਕਰਵਾਉਣਾ ਕੀਤੀ ਹੈ। ਜਿੱਥੇ ਹੁਣ ਹਰ ਰਾਏ ਜੀ ਇਹ ਕਿਰਿਆ ਕਰਮ ਕਰਦੇ ਹੈ, ਸਾਰੀਆਂ ਸੰਗਤਾਂ ਛੋਟੇ ਜਿਹੇ ਸਾਹਿਬਜ਼ਾਦੇ ਨੂੰ ਦੇਖ ਕਰਕੇ, ਛੋਟੇ ਜਿਹੇ ਸਾਹਿਬਜ਼ਾਦੇ ਨੂੰ ਦੇਖ ਕਰਕੇ ਹੋਰ ਵੀ ਦੁੱਖ ਵਧਾ ਕੇ ਤੇ ਵਰਲਾਪ ਕਰਦੀਆਂ, ਕਹਿੰਦੀਆਂ ਸਤਿਗੁਰੂ ਹਾਲੇ ਤੇ ਛੋਟੀ ਅਵਸਥਾ ਜਿਹਦੇ ਵਿੱਚ ਕਿ ਕੋਈ ਬੱਚੇ ਨੂੰ ਸਮਝ ਨਹੀਂ ਹੁੰਦੀ ਕਿ ਕੀ ਭਾਣਾ ਵਾਪਰਨਾ ਕੀਤਾ ਹੈ, ਕਿ ਹਰ ਰਾਏ ਜੀ ਦੇਖੋ ਜਿਵੇਂ ਜਿਵੇਂ ਤੁਸੀਂ ਸਮਝਾਇਆ ਉਦਾਂ ਉਦਾਂ ਹੀ ਆਪਣੇ ਪਿਤਾ ਜੀ ਦੀ ਕਿਰਿਆ ਕਰਮ ਕਰੀ ਜਾ ਰਹੇ ਹੈ। ਇਦਾਂ ਕਹਿ ਲੋ ਕਿ ਫੁੱਲ ਚੁਣ ਕਰਕੇ ਇਹ ਪਾਣਾ ਕੀਤੇ ਗਏ, ਅਤੇ ਨਾਲ ਹੀ ਜਿਤਨੀਆਂ ਵੀ ਸੰਗਤਾਂ ਆ ਰਹੀਆਂ, ਜਿਤਨੀਆਂ ਵੀ ਸੰਗਤਾਂ ਆ ਰਹੀਆਂ ਨਾ, ਉਹ ਸਤਿਗੁਰਾਂ ਦੀ ਮਰਜ਼ੀ ਅਨੁਸਾਰ ਜਿੱਥੇ ਬੜਾ ਦੁੱਖ ਵਧਾ ਕੇ ਵਰਲਾਪ ਕਰਦੇ ਆ, ਪਰ ਜੋ ਸਤਿਗੁਰੂ ਜੀ ਹੁਕਮ ਕਰਦੇ ਐ ਸੰਗਤਾਂ ਧੀਰਜ ਧਾਰਨ ਕਰਕੇ ਤੇ ਬੜੇ ਆਰਾਮ ਦੇ ਨਾਲ ਬੈਠਦੀਆਂ ਜਾਂਦੀਆਂ। ਪਰ ਜਿਵੇਂ ਜਿਵੇਂ ਸਾਹਮਣੇ ਹਰਿਰਾਏ ਜੀ ਨੂੰ ਦੇਖਦੇ ਐ, ਬੜਾ ਵੱਡਾ ਹਿਰਦੇ ਦੇ ਵਿੱਚ ਦੁੱਖ ਮਨਾਣਾ ਕਰਦੇ ਐ, ਬੜਾ ਦੁੱਖ ਹੋਣਾ ਕਰਦਾ ਹੈ। ਦਿਵਸ 3-10 ਜਵੇ ਬਤਾਏ, ਭਇਓ ਸਮਾਜ ਮਨੁਜ ਸਮੁਦਾਏ। ਦਿਵਸ 3-10 ਇਹਦਾ ਮਤਲਬ ਹੈ ਕਿ 13ਵੀਂ ਵਾਲਾ ਦਿਨ ਹੈ। ਦਿਵਸ 3-10 ਕਿ 13ਵੀਂ ਵਾਲੇ ਦਿਨ ਸਤਿਗੁਰਾਂ ਨੇ ਬਾਬਾ ਗੁਰਦਿੱਤਾ ਜੀ ਦੇ ਅਫਸੋਸ ਸਮਾਗਮ ਨੂੰ ਰੱਖਣਾ ਕੀਤਾ ਸੀ। ਇੱਥੇ ਇੱਕ ਗੱਲ ਹੋਰ ਮੈਂ ਤੁਹਾਨੂੰ ਆਪ ਗੁਰੂ ਕੀ ਸਿੱਖ ਸੰਗਤ ਨੂੰ ਦਰਸਾ ਦਿਆਂ ਕਿ ਸਤਿਗੁਰੂ ਜੀ ਮਹਾਰਾਜ ਗੁਰਦਿੱਤਾ ਜੀ ਦੇ ਨਿਮਿਤ ਸਹਿਜ ਪਾਠ ਕਰਵਾਉਣਾ ਚਾਹੁੰਦੇ ਸੀ, ਪਰ ਕਹਾਣੀ ਇੱਥੇ ਆ ਕਰਕੇ ਗਲਤ ਹੋ ਗਈ ਕਿ ਧੀਰਮਲ ਨਾਂ ਤੇ ਆਪ ਆਇਆ ਕਰਤਾਰਪੁਰ ਤੋਂ, ਤੇ ਨਾ ਹੀ ਇਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਣਾ ਕੀਤਾ। ਜਿਹੜੇ ਸੇਵਕ ਗਏ ਸੀ ਜਵਾਬ ਦੇ ਦਿੱਤਾ, ਕਹਿਣ ਲੱਗਾ ਮੈਂ ਇਸ ਕਰਕੇ ਤੇ ਗੁਰੂ ਬਣਿਆ ਹੋਇਆ, ਤੇ ਨਾ ਹੀ ਮੈਂ ਉੱਥੇ ਜਾਣਾ ਕਰਾਂਗਾ ਕਿ ਜੇ ਮੇਰੇ ਪਿਤਾ ਪਾਸੋਂ ਗਊ ਸਰਜੀਤ ਹੋ ਗਈ ਜਾਂ ਮੇਰੇ ਪਿਤਾ ਜੀ ਨੇ ਗਊ ਸਰਜੀਤ ਕਰ ਹੀ ਦਿੱਤੀ ਸੀ, ਤੇ ਕਿਹੜੀ ਆਖਰ ਆ ਗਈ ਸੀ ਕਿ ਦਾਦਾ ਗੁਰੂ ਜੀ ਨੇ ਗੁੱਸੇ ਹੋ ਕਰਕੇ ਤੇ ਮੇਰੇ ਪਿਤਾ ਜੀ ਨੂੰ ਮਾਰਨਾ ਕੀਤਾ। ਬੜੀ ਸਾਰੀ ਨਿੰਦਿਆ ਕੀਤੀ ਇਹਨੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਣਾ ਨਹੀਂ ਕੀਤਾ। ਇਸ ਕਰਕੇ ਸਤਿਗੁਰਾਂ ਨੇ ਫਿਰ ਸਾਦਾ ਸਮਾਗਮ ਹੀ ਨਿਭਾਉਣਾ ਕੀਤਾ।
13ਵੀਂ ਵਾਲੇ ਦਿਨ ਫਿਰ ਸੰਗਤਾਂ ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈਆਂ। ਏਦਾਂ ਕਹਿ ਲਓ ਕਿ ਸਾਰਾ ਸਮਾਜ ਹੀ ਉੱਲਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਕੀਰਤਨਪੁਰ ਸਾਹਿਬ ਪਹੁੰਚ ਗਿਆ। ਜੋਧ ਰਾਏ ਭਾਈ ਭਾਨਾ ਜੀ ਹੁਣ ਸਤਿਗੁਰਾਂ ਦੇ ਪਾਸ ਬੈਠੇ ਹੋਏ ਨੇ ਤੇ ਇੱਥੇ ਹੁਣ ਗੱਲ ਦਸਤਾਰ ਤੇ ਆਉਣੀ ਹੈ। ਇੱਥੇ ਹੁਣ ਗੱਲ ਦਸਤਾਰ ਤੇ ਆਉਣੀ ਹੈ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਿਆ, ਦੋਨਾਂ ਪੁੱਤਰਾਂ ਵਿੱਚੋਂ ਦਸਤਾਰਬੰਦੀ ਕਿਹਦੀ ਕੀਤੀ ਜਾਏ। ਤੇ ਰਾਏ ਜੋਧ ਤੇ ਬਾਬਾ ਭਾਨਾ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਆ, ਸਤਿਗੁਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਆ ਕਿ ਸਤਿਗੁਰੂ ਜੀ ਗੁਰਦਿੱਤਾ ਜੀ ਦੇ ਦੋ ਸੁਪੁੱਤਰ ਸੀ ਕਿ ਧੀਰ ਮੱਲ ਜਿਹੜਾ ਕਿ ਉਮਰਾਂ ਵਿੱਚ ਵੱਡਾ ਹੈ ਅਤੇ ਸ੍ਰੀ ਹਰਿ ਰਾਏ ਜੀ ਛੋਟੇ ਹੈ, ਪਰ ਉਹਨੇ ਹੰਕਾਰ ਧਾਰ ਕੇ ਕੀਰਤਨਪੁਰ ਸਾਹਿਬ ਵਿੱਚ ਆਉਣਾ ਨਹੀਂ ਕੀਤਾ। ਕੀਰਤਨਪੁਰ ਸਾਹਿਬ ਵਿੱਚ ਉਸਨੇ ਆਉਣਾ ਨਹੀਂ ਕੀਤਾ। ਏਦਾਂ ਕਹਿ ਲੋ ਕਿ ਅੱਜ ਨਾ ਆਉਣ ਦੇ ਨਾਲ ਸਾਰਿਆਂ ਨਾਲੋਂ ਟੁੱਟ ਗਿਆ ਕਿ ਉਸਨੇ ਮਨ ਦੇ ਵਿੱਚ ਪਤਾ ਨਹੀਂ ਕੀ ਸਮਝਣਾ ਕੀਤਾ ਹੈ ਕਿ ਪਿਤਾ ਪਰਲੋਕ ਗਮਨ ਕਰ ਗਿਆ ਤੇ ਅਫਸੋਸ ਕਰਨ ਵਾਸਤੇ ਵੀ ਉਹਨੇ ਪਹੁੰਚਣ ਦੀ ਲੋੜ ਨਹੀਂ ਸਮਝਣਾ ਕੀਤੀ ਕਿ ਪੁੱਤਰ ਦਾ ਪਿਤਾ ਅਕਾਲ ਚਲਾਣਾ ਕਰ ਜਾਵੇ ਤੇ ਪੁੱਤਰ ਫਿਰ ਆਵੇ ਨਾ। ਧੀਰਮਲ ਨੇ ਬੜੀ ਮਾੜੀ ਗੱਲ ਕਰਨਾ ਕੀਤੀ ਹੈ। ਕਹਿ ਲੋ ਕਿ ਅੱਜ ਦਾ ਵਿਛੜਿਆ ਹੋਇਆ ਸਾਰੇ ਸੰਬੰਧੀਆਂ ਦੇ ਨਾਲੋਂ, ਸਾਰੇ ਪਰਿਵਾਰ ਦੇ ਨਾਲੋਂ ਵਿਛੜ ਗਿਆ। ਦੇਨੀ ਬਣੇ ਅਬੇ ਦਸਤਾਰ ਹੋ ਰਾਵਰਣੇ ਕੀਣ ਸਟਾਰ। ਕਿ ਸਤਿਗੁਰੂ ਜੀ ਕਿ ਵੱਡੇ ਪੁੱਤਰ ਨੂੰ ਦਸਤਾਰ ਦੇਣੀ ਬਣਦੀ ਸੀ ਕਿ ਇਹ ਸੰਸਾਰ ਦੀ ਰੀਤੀ ਹੈ ਕਿ ਜਿਹੜਾ ਵੱਡਾ ਪੁੱਤਰ ਹੋਵੇ ਉਹਨੂੰ ਪਿਤਾ ਦੀ ਪੱਗ ਮਿਲਦੀ ਹੈ। ਪਰ ਹੁਣ ਜਦੋਂ ਧੀਰਮਲ ਆਇਆ ਹੀ ਨਹੀਂ ਕਿ ਹੁਣ ਉਹਦੇ ਮਗਰ ਦਸਤਾਰ ਲੈ ਕੇ ਥੋੜਾ ਜਾਣਾ ਕਰਾਂਗੇ ਕਿ ਉਹ ਵੀ ਕਰਤਾਰਪੁਰ ਬੈਠਾ ਹੋਇਆ, ਉੱਥੇ ਜਾ ਕਰਕੇ ਉਹਨੂੰ ਦਸਤਾਰ ਦੇ ਕਰਕੇ ਆਓ, ਕਿ ਇਹ ਗੱਲ ਜਿਹੜੀ ਹੈ ਠੀਕ ਨਹੀਂ ਹੈ। ਜਦੋਂ ਉਸਨੇ ਪ੍ਰਵਾਹ ਨਹੀਂ ਕੀਤੀ, ਆਉਣਾ ਨਹੀਂ ਕੀਤਾ, ਤੇ ਫਿਰ ਕਾਹਦੇ ਵਾਸਤੇ ਉਹਦੇ ਪਿੱਛੇ ਪਿੱਛੇ ਦੌੜਦਾ ਹੈ। ਇਹਦਾ ਮਤਲਬ ਇਹ ਹੈ ਕਿ ਹੁਣ ਕਰਤਾਰਪੁਰ ਦੇ ਪਿੱਛੇ ਦਸਤਾਰ ਲੈ ਕਰਕੇ ਜਾਣਾ ਕਰੀਏ। ਤਿਸ ਤੇ ਸ੍ਰੀ ਹਰਿ ਰਾਏ ਛੁਟੇਰੇ ਧੀਰ ਸੀਲ ਗੁਣ ਵਿਖੇ ਵਡੇਰੇ। ਤੇ ਰਾਏ ਜੋਧ ਤੇ ਬਾਬਾ ਭਾਨਾ ਜੀ ਕਹਿੰਦੇ ਸਤਿਗੁਰੂ ਜੀ ਛੋਟਾ ਸਾਹਿਬਜ਼ਾਦਾ ਸ੍ਰੀ ਹਰਿ ਰਾਏ ਜੀ ਜਿਹੜਾ ਕਿ ਬੜਾ ਸੁਸ਼ੀਲ ਸੁਭਾਅ ਵਾਲਾ ਹੈ, ਬੜਾ ਸਿਆਣਾ ਹੈ ਅਤੇ ਸ੍ਰੇਸ਼ਟ ਮੱਤ ਵਾਲਾ ਹੈ। ਬੜਾ ਸਿਆਣਾ ਹੈ, ਸ੍ਰੇਸ਼ਟ ਮੱਤ ਵਾਲਾ ਹੈ ਅਤੇ ਸਹਿਣਸ਼ੀਲਤਾ ਹੈ, ਧੀਰਜ ਰੱਖਣਾ ਕਰਦਾ ਹੈ। ਕਿਉਂਕਿ ਗੁਰੂ ਪਿਆਰ ਵਾਲਿਓ ਸਹਿਣਸ਼ੀਲਤਾ ਵੀ ਉਹਦੇ ਵਿੱਚ ਹੀ ਆਏਗਾ ਜਿਹੜਾ ਰੱਬ ਦੇ ਘਰ ਦੇ ਨਾਲ ਜੁੜਿਆ ਹੋਇਆ, ਜਿਹੜਾ ਰੱਬ ਦੀ ਬੰਦਗੀ ਕਰਦਾ ਨਾ, ਉਹਦੇ ਹਿਰਦੇ ਵਿੱਚ ਸਹਿਣਸ਼ੀਲਤਾ ਧੀਰਜ ਆਉਣਾ ਕਰੇਗਾ। ਤੇ ਜਿਹਨੇ ਰੱਬ ਦੀ ਬੰਦਗੀ ਕੀਤੀ ਨਹੀਂ, ਇਸ ਪਾਸੇ ਵੱਲ ਲੱਗਿਆ ਹੀ ਨਹੀਂ, ਉਹਦੇ ਵਿੱਚ ਸਹਿਣਸ਼ੀਲਤਾ ਆਉਣੀ ਕਿੱਥੋਂ ਹੈ। ਉੱਥੇ ਦਇਆ ਨਾਂ ਦੀ ਕੋਈ ਚੀਜ਼ ਨਹੀਂ ਆਏਗੀ, ਦਇਆ ਨਾਂ ਦੀ ਕੋਈ ਚੀਜ਼ ਨਹੀਂ ਆਏਗੀ। ਹੁਣ ਹਰਿ ਰਾਏ ਜੀ ਦੀ ਸੋਭਾ ਕਰਦੇ ਹੈ ਰਾਏ ਜੋਧ ਤੇ ਬਾਬਾ ਭਾਨਾ ਜੀ ਕਿ ਗੁਣਾਂ ਦਾ ਖਜ਼ਾਨਾ ਹੈ ਸਤਿਗੁਰੂ ਜੀ, ਕਿ ਇਹ ਜਿਹੜੀ ਦਸਤਾਰ ਹੈ ਨਾ, ਸਾਡੀ ਬੇਨਤੀ ਹੈ ਕਿ ਸ੍ਰੀ ਹਰਿ ਰਾਏ ਜੀ ਨੂੰ ਹੁਣ ਇੱਥੇ ਦਿੱਤੀ ਜਾਏ। ਅਰ ਹਮ ਲਖੋ ਚਾਹੇ ਤੁਮ ਮਰਜੀ ਲਗ ਪਰ ਹੀ ਪ੍ਰਸੰਨ ਹੈ ਹਰਿ ਜੀ। ਕਿ ਸਤਿਗੁਰੂ ਜੀ ਅਸੀਂ ਤੁਹਾਡੇ ਹੁਕਮ ਦੇ ਬੱਧੇ ਹੋਏ ਆ ਤੇ ਬਾਕੀ ਤੁਹਾਡੀ ਮਰਜ਼ੀ ਦੇ ਨਾਲ ਹੀ ਅਸੀਂ ਚੱਲਾਂਗੇ, ਪਰ ਸਾਡੇ ਮਨ ਦੀ ਭਾਵਨਾ ਇਹ ਹੈ ਕਿ ਛੋਟੇ ਸਾਹਿਬਜ਼ਾਦੇ ਤੇ ਪ੍ਰਭੂ ਜੀ ਪ੍ਰਸੰਨ ਨੇ, ਉਹਨਾਂ ਉੱਤੇ ਰਹਿਮਤਾਂ ਨੇ, ਇਸ ਕਰਕੇ ਦਸਤਾਰ ਵੀ ਫਿਰ ਸ੍ਰੀ ਹਰਿ ਰਾਏ ਜੀ ਨੂੰ ਦੇਣੀ ਚਾਹੀਦੀ ਹੈ। ਕਿਉਂਕਿ ਜਿਨੇ ਸਾਰੀਆਂ ਕਿਰਿਆਵਾਂ ਆਪਣੇ ਹੱਥੀਂ ਨਿਭਾਉਣਾ ਕੀਤੀਆਂ, ਸਾਰਾ ਕੰਮਕਾਰ ਕੀਤਾ ਤੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਹੀ ਹੋ ਕਰਕੇ ਚੱਲਣਾ ਕੀਤਾ, ਤੇ ਫਿਰ ਇਹ ਉੱਤਮ ਬਚਨ ਹੈ ਕਿ ਇਹ ਦਸਤਾਰ ਜਿਹੜੀ ਹੈ ਹਰਿ ਰਾਏ ਸਾਹਿਬ ਨੂੰ ਦਿੱਤੀ ਜਾਏ। ਮੁਖ ਪ੍ਰਸੰਨ ਰਹੇ ਬਿਕਸੂ ਸਦਾ ਧੀਰਜ ਸਹਿਤ ਗਹੀਰ ਸੁਰਿਦਾ। ਕਿਉਂਕਿ ਸਤਿਗੁਰੂ ਜੀ
ਹਰ ਰਾਏ ਜੀ ਸਦਾ ਹੀ ਪ੍ਰਸੰਨ ਰਹਿੰਦੇ ਹੈ। ਕਦਾਚਿਤ ਉਹਨਾਂ ਦੇ ਮੱਥੇ ਤੇ ਤਿਉੜੀ ਨਹੀਂ ਦੇਖਣਾ ਕੀਤੀ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਰਹਿੰਦੀ ਹੈ, ਚਿਹਰਾ ਖਿੜਿਆ ਰਹਿੰਦਾ ਹੈ। ਕਦੀ ਉਹਨਾਂ ਦੇ ਮੱਥੇ ਤੇ ਵੱਟ ਪੈਂਦੇ ਅਸਾਂ ਦੇਖਣਾ ਨਹੀਂ ਕੀਤੇ। ਤੇ ਬੜਾ ਵੱਡਾ ਧੀਰਜ ਦਾ ਖਜ਼ਾਨਾ ਹੈ ਉਹਨਾਂ ਦੇ ਪਾਸ, ਬੜਾ ਵੱਡਾ ਧੀਰਜ ਦਾ ਖਜ਼ਾਨਾ ਹੈ। ਹਰ ਇੱਕ ਦੇ ਨਾਲ ਬੜੇ ਸੋਹਣੇ ਸੁਭਾਅ ਦੇ ਨਾਲ ਬੋਲਦੇ ਹੈ, ਮਿੱਠਾ ਬੋਲਦੇ ਹੈ ਤੇ ਹਰ ਕੋਈ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਚਾਹਣਾ ਕਰਦੇ ਹੈ, ਕਿਉਂਕਿ ਹੰਕਾਰ ਆਦ ਵਕਾਰ ਜਿਹੜੀ ਹੈ ਉਹ ਸ੍ਰੀ ਹਰਿਰਾਏ ਜੀ ਨੂੰ ਛੋਹ ਨਹੀਂ ਸਕਦੇ, ਕਿਉਂਕਿ ਤੁਹਾਡੀ ਉਹਨਾਂ ਉੱਤੇ ਬੜੀ ਵੱਡੀ ਰਹਿਮਤ ਹੈ, ਕਿਰਪਾ ਹੈ, ਬਖਸ਼ਿਸ਼ ਹੈ। ਤੁਸਾਂ ਨੇ ਇਹ ਦਾਤਾਂ ਉਸ ਨੂੰ ਦੇਣਾ ਕੀਤੀਆਂ, ਤੁਹਾਡੀ ਵਿਸ਼ੇਸ਼ ਕਰਕੇ ਹਰਿਰਾਏ ਜੀ ਉੱਤੇ ਕਿਰਪਾ ਹੈ। ਸੁਣ ਸਤਿਗੁਰ ਦੋਨੋਂ ਸਮਝਾਈ, ਬੜ ਬੜਿਆਈ ਉਚਿਤ ਸਹਾਈ। ਤੇ ਸਤਿਗੁਰ ਜੀ ਮਹਾਰਾਜ ਵੀ ਹੁਣ ਇਹਨਾਂ ਦੇ ਨਾਲ ਸਹਿਮਤ ਨੇ। ਜਿੱਦਾਂ ਜਿੱਦਾਂ ਕਿਹਾ ਨਾ ਰਾਏ ਜੋਧ ਤੇ ਬਾਬਾ ਭਾਨਾ ਜੀ ਨੇ, ਫਿਰ ਇਹਨਾਂ ਨੇ ਸਹਿਮਤ ਹੋਣਾ ਕੀਤਾ। ਤੇ ਨਾਲ ਹੀ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਸਾਹਿਬ ਦੀਆਂ ਵਡਿਆਈਆਂ ਰਾਏ ਜੋਧ ਬਾਬਾ ਭਾਨਾ ਜੀ ਉਹਨੂੰ ਹੀ ਸ਼ੋਭਦੀਆਂ ਜਿਹੜੇ ਵੱਡੇ ਭਾਗਾਂ ਵਾਲੇ ਹੈ, ਜਿਨ੍ਹਾਂ ਨੇ ਕਮਾਈ ਕੀਤੀ ਹੈ, ਜਿਹੜੇ ਰੱਬ ਦੇ ਹੁਕਮ ਦੇ ਅਨੁਸਾਰ ਹੀ ਹੋ ਕੇ ਚੱਲਦੇ ਐ, ਜਿਨ੍ਹਾਂ ਉੱਤੇ ਵੱਡੀ ਰਹਿਮਤ ਹੈ ਇਸ ਘਰ ਦੀ, ਉਹਨਾਂ ਦੇ ਭਾਗ ਜਾਗਦੇ ਐ, ਉਹਨਾਂ ਦੇ ਭਾਗ ਜਾਗਦੇ ਐ। ਇਹ ਵਡਿਆਈਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ, ਕਿਉਂਕਿ ਗੁਰੂ ਪਿਆਰ ਵਾਲਿਓ ਇਹ ਵਡਿਆਈਆਂ ਸਤਿਗੁਰਾਂ ਦੇ ਹੱਥ ਵਿੱਚ ਨੇ। ਜਿਹੜੇ ਭਾਗ ਹੈ ਨਾ ਉਹਨਾਂ ਦੇ ਮਨ ਨੂੰ ਸਾਹਿਬ ਹੱਥ ਵਡਿਆਈਆਂ, ਜਿਹੜੇ ਭਾਗ ਹੈ ਨਾ ਉਹਨਾਂ ਨੂੰ ਇਹ ਵਡਿਆਈਆਂ ਦੇਣੀਆਂ ਕਰਦੇ। ਹੁਣ ਧੀਰਮਲ ਵਰਗੇ ਤੇ ਹੰਕਾਰੀ ਸੀ, ਨਿੰਦਕ ਸੀ, ਬੜਾ ਮਾੜਾ ਬੋਲਦੇ ਸੀ, ਤੇ ਪਿਤਾ ਦੇ ਅਕਾਲ ਚਲਾਣੇ ਤੇ ਵੀ ਆਉਣ ਦੀ ਲੋੜ ਨਹੀਂ ਸਮਝੀ, ਤੇ ਸਾਰੇ ਪਰਿਵਾਰ ਨਾਲੋਂ ਵੱਖ ਹੋ ਕੇ ਤੇ ਬਾਦਸ਼ਾਹੀ ਦੀ ਇਹ ਖਾਤਰਦਾਰੀ ਕਰਨਾ ਚਾਹੁੰਦੇ ਆ, ਤਾਬਿਆਦਾਰੀ ਉਹਦੇ ਬਣਨਾ ਚਾਹੁੰਦੇ ਆ, ਉਹਦੇ ਥੱਲੇ ਲੱਗ ਕਰਕੇ ਰਹਿਣਾ ਚਾਹੁੰਦੇ ਐ। ਤੇ ਕਿਵੇਂ ਉਸ ਨੂੰ ਇਹ ਗੁਰਤਾ ਗੱਦੀ ਪ੍ਰਾਪਤ ਹੋ ਸਕਦੀ ਸੀ? ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਰਾਜੋਧ ਬਾਬਾ ਭਾਨਾ ਜੀ, ਰਹਿਮਤਾਂ ਜਿਹਦੇ ਉੱਤੇ ਰੱਬ ਦੀਆਂ, ਉਹਨਾਂ ਨੂੰ ਇਹ ਵਡਿਆਈਆਂ ਮਿਲਦੀਆਂ। ਜਿਹੜੇ ਉਹਨਾਂ ਦੇ ਮਨ ਨੂੰ ਭਾਗ ਹੈ, ਉਹਨਾਂ ਦੀ ਝੋਲੀ ਵਿੱਚ ਇਹ ਦਾਤਾਂ ਪਾ ਕੇ ਤੇ ਉਹ ਨਿਹਾਲ ਕਰਨਾ ਕਰਦੇ ਐ। ਬੜੇ ਗੁਣ ਸੰਗ ਪ੍ਰਿਥਿਆ ਦੁਐਸੀ, ਨੈ ਸੁਧਰੋਪਿਆ ਬਿਤੀ ਅਸੇਸੀ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਬਾਬਾ ਭਾਨਾ ਜੀ, ਰਾਏ ਜੋਧ ਜੀ, ਜਿਵੇਂ ਪ੍ਰਿਥਿਆ ਵੱਡੇ ਸਤਿਗੁਰਾਂ ਦੇ ਸਾਥ ਮਾੜੀਆਂ ਹਰਕਤਾਂ ਕਰਦਾ ਰਿਹਾ ਨਾ, ਪ੍ਰਿਥੀ ਚੰਦ ਆਪਣੇ ਛੋਟੇ ਭਰਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਵਿਰੋਧਤਾ ਕਰਦਾ ਰਿਹਾ, ਬੜਾ ਉਸਨੇ ਗਲਤ ਬੋਲਣਾ ਕੀਤਾ। ਉਸੇ ਤਰ੍ਹਾਂ ਹੀ ਕਿ ਜਿਵੇਂ ਜਿਵੇਂ ਉਹਦੀ ਉਮਰ ਬੀਤਦੀ ਗਈ ਉਹਨੇ ਸੁਧਰਨਾ ਨਹੀਂ ਕੀਤਾ। ਕਹਿਣ ਦਾ ਭਾਵ ਕਿ ਸਤਿਗੁਰੂ ਜੀ ਕਹਿਣ ਲੱਗੇ ਕਿ ਰਾਏ ਜੋਧ ਬਾਬਾ ਭਾਨਾ ਜੀ, ਪ੍ਰਿਥੀ ਚੰਦ ਦੀ ਸਾਰੀ ਉਮਰ ਲੰਘ ਗਈ ਪਰ ਉਹ ਸੁਧਰਨਾ ਨਹੀਂ ਕੀਤਾ। ਅੱਜ ਵੀ ਆਪਾਂ ਕਹਿੰਦੇ ਨਾ ਗੁਰੂ ਪਿਆਰ ਵਾਲਿਓ ਕਿ ਦੇਖੋ ਵੀ ਫਲਾਣੇ ਦੀ ਇੰਨੀ ਉਮਰ ਲੰਘਣਾ ਕੀਤੀ ਹੈ, ਪਰ ਹਾਲੇ ਤੱਕ ਵੀ ਇਹਨੂੰ ਮੱਤ ਨਹੀਂ ਆਉਣਾ ਕੀਤੀ, ਹਾਲੇ ਤੱਕ ਵੀ ਇਹਨੇ ਸੁਧਰਨਾ ਨਹੀਂ ਕੀਤਾ। ਸਤਿਗੁਰੂ ਕਹਿਣ ਲੱਗੇ, ਸਾਰੀ ਉਮਰਾਂ ਪ੍ਰਿਥੀ ਚੰਦ ਨੇ ਸੁਧਰਨਾ ਨਹੀਂ ਸੀ ਕੀਤਾ। ਉਸੇ ਤਰ੍ਹਾਂ ਹੀ ਇਹ ਧੀਰ ਮਲ ਵੀ ਹੰਕਾਰ ਸਹਿਤ ਹੋ ਕੇ ਤੇ ਧੀਰਜ ਰਹਿਤ ਹੋ ਜਾਵੇਗਾ। ਜਿਵੇਂ ਜਿਵੇਂ ਪ੍ਰਿਥੀ ਚੰਦ ਦਾ ਹਾਲ ਹੋਇਆ ਨਾ, ਕਿ ਉਸੇ ਤਰ੍ਹਾਂ ਹੀ ਧੀਰ ਮਲ ਦੇ ਵੀ ਉਦਾਂ ਦੇ ਹਾਲਾਤ ਹੋਣੇ ਆ। ਜਦੋਂ ਇਹ ਵੇਲਾ ਵਿਹਾਂਜ ਗਿਆ ਨਾ, ਜਾਂ ਕਹਿ ਲੋ ਕਿ ਵੇਲਾ ਵਿਹਾਜ ਹੀ ਗਿਆ, ਤੇ ਫਿਰ ਇਹ ਦੇਖ ਕੇ ਸੜ ਬਲ ਜਾਏਗਾ ਤੇ ਵਿਰੋਧਤਾ ਕਰੇਗਾ। ਤਿਸੀ ਮਨਿੰਦ ਖੋਟ ਬਹੁ ਖੁਬੋਵੈ, ਗੁਰ ਕਰਤੇ ਨਿਆਰੋ ਤਿਮ ਹੋਵੈ। ਕਿ ਜਿਵੇਂ ਜਿਵੇਂ ਹਰਿਰਾਏ ਜੀ ਨੂੰ ਦਸਤਾਰਬੰਦੀ ਕਰਵਾ ਦਿੱਤੀ ਨਾ, ਇਹ ਧੀਰਮਲ ਨੇ ਵੀ ਪ੍ਰਿਥੀ ਵਾਂਗ ਹਟਣਾ ਨਹੀਂ,
ਹੋਰ ਵੀ ਬੜੇ ਸਾਰੇ ਗੁਰੂ ਘਰ ਦੇ ਨਾਲ ਖੋਟ ਕਰੇਗਾ। ਸਤਿਗੁਰਾਂ ਦੇ ਕਹਿਣ ਦਾ ਮਤਲਬ ਸੀ ਕਿ ਰਾਏ ਜੋਧ ਬਾਬਾ ਭਾਨਾ ਜੀ ਹਾਲੇ ਕੀ ਹੋਇਆ, ਅੱਗੇ ਜਾ ਕੇ ਦੇਖਿਓ, ਇਹਨੇ ਹੋਰ ਵੀ ਬੜੇ ਸਾਰੇ ਖੋਟ ਕਰਨੇ ਆ ਗੁਰੂ ਦਰਬਾਰ ਦੇ ਨਾਲ। ਇਹ ਹੰਕਾਰੀ ਹੋ ਕੇ, ਧੀਰਜ ਰਹਿਤ ਹੋ ਕੇ ਬੜੀਆਂ ਮਾੜੀਆਂ ਹਰਕਤਾਂ ਕਰੇਗਾ ਤੇ ਸਦਾ ਹੀ ਗੁਰੂ ਘਰ ਤੋਂ ਵੱਖਰਾ ਹੀ ਰਹੇਗਾ, ਸਦਾ ਹੀ ਗੁਰੂ ਘਰ ਤੋਂ ਵੱਖਰਾ ਰਹੇਗਾ। ਇਹਨੇ ਕਦਾ ਚਿੱਤ ਵੀ ਰਲ ਕੇ ਪਰਿਵਾਰ ਦੇ ਨਾਲ ਬੈਠਣਾ ਨਹੀਂ, ਕਿਉਂਕਿ ਜਿਵੇਂ ਪਰਮੇਸ਼ਰ ਨੂੰ ਭਾਉਂਦਾ ਹੈ, ਜਿੱਦਾਂ ਦੇ ਇਹਨੇ ਪੂਰਬਲੇ ਕਰਮ ਕੀਤੇ ਆ ਨਾ, ਉਸੇ ਪਾਸੇ ਪਰਮੇਸ਼ਰ ਨੇ ਧੀਰਮਲ ਨੂੰ ਲਗਾਣਾ ਕੀਤਾ ਹੈ। ਤੇ ਹਰ ਰਾਏ ਜੀ ਜਿਹੜੇ ਕਿ ਵੱਡੇ ਭਾਗਾਂ ਵਾਲੇ ਨੇ, ਉਹਨਾਂ ਨੂੰ ਤੇ ਸਾਰਾ ਸੰਸਾਰ ਹੀ ਵਡਿਆਏਗਾ। ਸਭ ਮੈਂ ਹਰ ਰਾਏ ਵਡਿਆਵੇ, ਕਿ ਹਰ ਰਾਏ ਜੀ ਨੂੰ ਤੇ ਸਾਰੇ ਵਡਿਆਉਣਗੇ, ਸ਼ੋਭਾ ਕਰਨਗੇ, ਪਰ ਇਸ ਧੀਰਮਲ ਨੂੰ ਸਾਰੇ ਨਿੰਦਣਗੇ। ਇਹ ਧੀਰਮਲ ਵੀ ਬੜਾ ਮਾੜਾ ਹੈ, ਬੜਾ ਕਪਟੀ ਬੰਦਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਹੀ ਦੁਸ਼ਮਣੀ ਕਮਾਉਣ ਲੱਗ ਗਿਆ, ਆਪਣੇ ਪਰਿਵਾਰ ਦੇ ਨਾਲ ਹੀ ਦੁਸ਼ਮਣੀ ਕਮਾਉਣ ਲੱਗ ਗਿਆ। ਇਹਦੇ ਨਾਲੋਂ ਹੋਰ ਮਾੜਾ ਬੰਦਾ, ਹੋਰ ਕਿਰਤ ਘਨ ਕਿਹੜਾ ਹੋਣਾ ਚਾਹੀਦਾ ਹੈ? ਕਿਉਂਕਿ ਜਿਹੜਾ ਬੰਦਾ ਹਿਰਦੇ ਵਿੱਚ ਖੋਟ ਧਾਰ ਕੇ ਆਪਣੇ ਪਰਿਵਾਰ ਦੀ ਵਰਨ ਲੱਗ ਜੇ ਨਾ ਗੁਰੂ ਪਿਆਰ ਵਾਲਿਓ, ਉਹ ਸਮਝ ਲੋ ਕਿ ਪਹਿੰਦੇ ਖਾਂ ਵਾਂਗ ਕਿਰਤ ਘਣਾ ਵਿੱਚ ਹੀ ਸ਼ਾਮਲ ਹੈ। ਕਿਰਤ ਘਣਾ ਵਾਂਗ ਉਹ ਕਿਰਤ ਘਣ ਹੈ, ਪਹਿੰਦੇ ਖਾਂ ਵਾਂਗ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਜਿਵੇਂ ਜਿਵੇਂ ਘਰ ਤੇ ਵਰੇਗਾ ਨਾ, ਗੁਰੂ ਦਰਬਾਰ ਤੇ ਵਰੇਗਾ, ਬੜੀਆਂ ਖੋਟੀਆਂ ਚਾਲਾਂ ਕਰੇਗਾ, ਹਰ ਪਾਸੇ ਇਹਨੂੰ ਦੁਰ ਦੁਰ ਹੋਣਾ ਕਰੇਗਾ, ਫਟਕਾਰਾਂ ਪੈਣਗੀਆਂ, ਕੋਈ ਵੀ ਇਹਨੂੰ ਨੇੜੇ ਨਹੀਂ ਲਾਏਗਾ, ਪਰ ਫੇਰ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏਗਾ, ਫੇਰ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏਗਾ। ਕਿਉਂਕਿ ਜਿਹੜੀ ਆਦਤ ਬਣ ਜਾਵੇ ਕਿਸੇ ਨੂੰ, ਉਹ ਕਦਾ ਚਿੱਤ ਵੀ ਉਸ ਆਦਤ ਤੋਂ ਹਟਦਾ ਨਹੀਂ, ਉਹ ਉਸ ਆਦਤ ਤੇ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਧੀਰਮਲ ਕਿਸੇ ਦਾ ਕੁਛ ਵਿਗਾੜੇਗਾ ਨਹੀਂ। ਰਾਏ ਜੋਧ ਜੀ, ਬਾਬਾ ਭਾਨਾ ਜੀ, ਇਹ ਆਪਣੇ ਆਪ ਹੀ ਨਰਾਦਰੀ ਕਰਵਾਣਾ ਕਰੇਗਾ। ਨਹੀਂ ਅਪਰ ਕਹਿ ਹੈ ਕੁਛ ਹਾਥ, ਕਰੇ ਕਰਾਵੇ ਸ੍ਰੀ ਜਗन्नाथ। ਆਜ ਲੱਗੈ ਸਗਰੂ ਦਰਬਾਰਾ, ਬੈਠਾ ਰੋ ਇਨ ਸਭਾ ਮਜਾਰਾ। ਕਿ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦੇ ਵੱਸ ਵਿੱਚ ਨਹੀਂ, ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦੇ ਵੱਸ ਵਿੱਚ ਨਹੀਂ। ਜੋ ਪਰਮੇਸ਼ਰ ਦਾ ਹੁਕਮ ਹੈ ਨਾ, ਜਿਵੇਂ ਉਹ ਕਰਮਾਂ ਅਨੁਸਾਰ ਚਲਾਉਂਦਾ ਹੈ ਮਨੁੱਖ ਨੂੰ, ਉਸੇ ਤਰ੍ਹਾਂ ਹੀ ਮਨੁੱਖ ਜਿਹੜਾ ਚੱਲਣਾ ਕਰਦਾ ਹੈ। ਜਿਤ ਜਿਤ ਲਾਵੈ ਤਿਤ ਤਿਤ ਲੱਗਣਾ। ਕਰਮਾਂ ਅਨੁਸਾਰ ਜਿੱਧਰ ਜਿੱਧਰ ਪਰਮੇਸ਼ਰ ਨੇ ਲਗਾ ਦਿੱਤਾ, ਫਿਰ ਉਸ ਪਾਸੇ ਵੱਲ ਹੀ ਮਨੁੱਖ ਲੱਗ ਗਿਆ। ਜਿੱਦਾਂ ਦੇ ਪੂਰਬਲੇ ਭਾਗ ਨੇ, ਫਿਰ ਪਰਮੇਸ਼ਰ ਨੇ ਉਸ ਪਾਸੇ ਲਗਾ ਦਿੱਤਾ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿਣ ਲੱਗੇ ਕਿ ਧੀਰਮਲ ਦੇ ਵਸ ਦੀ ਗੱਲ ਨਹੀਂ, ਜਿੱਦਾਂ ਦੇ ਇਹਨਾਂ ਨੇ ਕਰਮ ਕੀਤੇ ਐ, ਵਾਹਿਗੁਰੂ ਜੀ ਉਦਾਂ ਹੀ ਇਹਦੇ ਤੋਂ ਕਰਵਾਈ ਜਾ ਰਹੇ ਹੈ। ਵਾਹਿਗੁਰੂ ਜੀ ਉਦਾਂ ਹੀ ਕਰਵਾਈ ਜਾ ਰਹੇ ਹੈ ਕਿ ਅੱਜ ਬਹੁਤ ਵੱਡਾ ਦਰਬਾਰ ਸਜਿਆ ਤੇ ਸਾਰਿਆਂ ਨੂੰ ਇਸ ਦਰਬਾਰ ਸਾਹਿਬ ਦੇ ਵਿੱਚ ਬਿਠਾਣਾ ਕਰੋ। ਇਦਾਂ ਕਹਿ ਲੋ ਕਿ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਰਾਏ ਜੋਧ, ਬਾਬਾ ਭਾਨਾ ਜੀ, ਛੱਡੋ ਧੀਰਮਲ ਦੀ ਗੱਲ। ਜਦੋਂ ਉਹਨੇ ਰਲ ਕੇ ਬੈਠਣੇ ਨਹੀਂ ਕੀਤਾ, ਤੇ ਏਦਾਂ ਦੇ ਬੰਦੇ ਦੀ ਵਾਰ-ਵਾਰ ਗੱਲ ਨਹੀਂ ਕਰਨੀ ਚਾਹੀਦੀ। ਤੁਸੀਂ ਜਿਤਨੀਆਂ ਵੀ ਸੰਗਤਾਂ ਆਈਆਂ, ਬੜਾ ਵੱਡਾ ਇਕੱਠ ਹੋਇਆ, ਦੇਖ ਰੇਖ ਕਰਕੇ ਤੇ ਸਾਰਿਆਂ ਨੂੰ ਇਸ ਸਭਾ ਦੇ ਵਿੱਚ ਬਿਠਾਣਾ ਕਰੋ। ਜੋ ਦਸਤਾਰ ਬੰਧਾਵਣ ਕੀਜੈ, ਬੜਿਆ ਬੋਸਾ ਮਹਿਦ ਖਰੀਜੈ। ਸੁੰਦਰ ਪਰਮਾਨੰਤ ਬਿਆਏ, ਸਾਧਨ ਆਪਣੇ ਨਿਕਟ ਬਿਠਾਏ। ਤੇ ਸਤਿਗੁਰੂ ਜੀ ਕਹਿਣ ਲੱਗੇ ਏਦਾਂ ਸਾਰੀਆਂ ਸੰਗਤਾਂ ਨੂੰ ਬਿਠਾ ਕੇ ਨਾ, ਤੇ ਤੁਸੀਂ ਸ੍ਰੀ ਹਰਿਰਾਏ ਸਾਹਿਬ ਜੀ ਦੀ ਦਸਤਾਰਬੰਦੀ ਕਰਵਾਣਾ ਕਰੋ। ਹਰ ਰਾਏ ਜੀ ਨੂੰ ਦਸਤਾਰ ਤੁਸੀਂ ਬਣਾਉਣਾ ਕਰੋ, ਵਡਿਆਵੋ ਤੇ ਸਾਰਿਆਂ ਦੇ ਵਿੱਚ ਦਿਖਾਣਾ ਕਰੋ। ਸਤਿਗੁਰਾਂ ਦੇ ਕਹਿਣ ਦਾ ਮਤਲਬ ਸੀ ਕਿ ਤੁਸੀਂ
ਬਾਬਾ ਭਾਨਾ ਜੀ ਇਹ ਤੁਹਾਡੀ ਡਿਊਟੀ ਹੈ, ਕਿਉਂਕਿ ਤੁਸੀਂ ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ ਹੋ। ਤੇ ਜਦੋਂ ਪਰਲੋਕ ਗਮਨ ਕਰਨ ਲੱਗੇ ਸੀ ਤੁਹਾਡਾ ਹੱਥ ਸਾਡੇ ਹੱਥਾਂ ਵਿੱਚ ਪਕੜਾ ਗਿਆ ਸੀ। ਇਦਾਂ ਕਹਿ ਲੋ ਕਿ ਬਾਬਾ ਬੁੱਢਾ ਜੀ ਦੀ ਗੱਦੀ ਤੇ ਤੁਹਾਨੂੰ ਨਿਸ਼ਚਿਤ ਕਰਨਾ ਕੀਤਾ ਹੈ। ਤੇ ਇਹ ਦਸਤਾਰਬੰਦੀ ਵੀ ਜਿਵੇਂ ਪਹਿਲੋਂ ਬਾਬਾ ਬੁੱਢਾ ਜੀ ਵਡਿਆਈ ਦਿੰਦੇ ਸੀ ਤੇ ਉਸੇ ਤਰ੍ਹਾਂ ਹੀ ਹੁਣ ਤੁਸੀਂ ਆਪਣੇ ਪਿਤਾ ਜੀ ਦੀ ਮਰਜ਼ਾਦਾ ਅਨੁਸਾਰ ਹਰ ਰਾਏ ਜੀ ਨੂੰ ਇਹ ਵਡਿਆਈ ਦੇਣਾ ਕਰਦੇ ਹੋ, ਦਸਤਾਰ ਬਣਾਉਣਾ ਕਰਦੇ ਹੋ, ਤਾਂ ਕਿ ਸਾਰੀਆਂ ਸੰਗਤਾਂ ਇਸ ਵਡਿਆਈ ਨੂੰ ਦੇਖ ਲੈਣ ਕਿ ਬਈ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੂੰ ਅੱਜ ਦਸਤਾਰਬੰਦੀ ਹੋਣਾ ਕੀਤੀ ਹੈ। ਤੇ ਜਿੱਥੇ ਹੁਣ ਇਹ ਸਮਾਗਮ ਹੋ ਰਿਹਾ ਸੀ, ਇਸ ਸਮਾਗਮ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਅੰਸ਼ ਬੰਸ ਵਿੱਚੋਂ ਬਾਬਾ ਸੁੰਦਰ ਜੀ ਅਤੇ ਪਰਮਾਨੰਦ ਜੀ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹੈ। ਤੇ ਸਤਿਗੁਰਾਂ ਨੇ ਵੱਡੇ ਸਤਿਗੁਰਾਂ ਦੀ ਅੰਸ਼ ਬੰਸ ਹੋਣ ਕਰਕੇ ਨਾ ਬੜਾ ਸਾਰਾ ਆਦਰ ਦੇ ਕੇ ਸਤਿਕਾਰ ਦੇ ਕੇ ਆਪਣੇ ਪਾਸ ਬਿਠਾਏ ਹੋਏ ਹੈ। ਇਦਾਂ ਕਹਿ ਲੋ ਕਿ ਸੱਜੇ ਤੇ ਖੱਬੇ ਗੋਡੇ ਦੇ ਨਾਲ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਬੈਠੇ ਹੋਏ ਨੇ, ਕਿਉਂਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਅੰਸ਼ ਬੰਸ ਹੈ, ਵੱਡਿਆਂ ਦੀ ਅੰਸ਼ ਬੰਸ ਹੈ। ਤੇ ਵੱਡਿਆਂ ਦੀ ਅੰਸ਼ ਬੰਸ ਦਾ ਇਤਨਾ ਵੱਡਾ ਸਤਿਕਾਰ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਪਿਆਰ ਵਾਲਿਓ ਜਿਹੜੇ ਗੁਰੂ ਕੇ ਲਾਲ ਅੰਸ਼ ਬੰਸ ਦੀ ਲੱਜਪਤ ਰੱਖਦੇ ਆ ਨਾ, ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਆ, ਉਹਨਾਂ ਨੂੰ ਫਿਰ ਇਹ ਸੰਸਾਰ ਵਡਿਆਈਆਂ ਦਿੰਦਾ। ਗੁਰੂ ਪਿਆਰ ਵਾਲਿਓ ਜਿਹੜੇ ਅੰਸ਼ ਬੰਸ ਦੀ ਲਾਜਪਤ ਰੱਖਦੇ ਆ, ਆਪਣੇ ਵਡੇਰਿਆਂ ਦੇ ਦੱਸੇ ਹੋਏ ਸਮਾਰਗ ਤੇ ਚੱਲਦੇ ਆ, ਉਹਨਾਂ ਦੀ ਫਿਰ ਸਾਰਾ ਜੱਗ ਸਾਰਾ ਜਹਾਨ ਸ਼ੋਭਾ ਕਰਦਾ ਹੈ। ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਗੁਰੂ ਪਿਆਰ ਵਾਲਿਓ ਆਪ ਗੁਰੂ ਕੀਆਂ ਸਿੱਖ ਸੰਗਤਾਂ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਪਹੁੰਚਦੇ ਹੋ ਨਾ, ਤੇ ਸਭ ਤੋਂ ਪਹਿਲੋਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਕਮਕਸਦ ਹੁੰਦੇ ਆ, ਨਕਮਕਸਦ ਹੁੰਦੇ ਆ। ਤੇ ਉਸ ਤੋਂ ਬਾਅਦ ਬਾਬਾ ਜੀ ਦੀ ਕੀਤੀ ਹੋਈ ਕਮਾਈ ਅਨੁਸਾਰ ਜੋੜਾ ਸਾਹਿਬ ਦੇ ਦਰਸ਼ਨ ਕਰਦੇ ਆ ਨਾ, ਦਰਸ਼ਨ ਕਰਦੇ ਆ ਤੇ ਉੱਥੇ ਅੰਸ਼ ਬੰਸ ਉਹਨਾਂ ਦੀ ਦਰਸ਼ਨ ਦਿਦਾਰੇ ਕਰਵਾਉਂਦੇ ਹੈ। ਤੇ ਕਿਤਨੀ ਵੱਡੀ ਸ਼ੋਭਾ ਹੈ, ਕਿਤਨੀ ਵੱਡੀ ਸ਼ੋਭਾ ਹੈ ਕਿ ਆਪ ਗੁਰੂ ਕੀਆਂ ਸਿੱਖ ਸੰਗਤਾਂ ਬਾਬਾ ਜੀ ਦੀ ਅੰਸ਼ ਬੰਸ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਹੋ। ਤੇ ਇਸ ਤੋਂ ਵੱਡਾ ਹੋਰ ਕੀ ਜਿਹੜਾ ਸੁਖ ਤੇ ਵਡਿਆਈ ਮਿਲ ਸਕਦੀ ਹੈ ਸੰਸਾਰ ਵਿੱਚੋਂ, ਕਿਉਂਕਿ ਬਾਬਾ ਸ਼ਬਦ ਇੱਕ ਬਹੁਤ ਸਰਮੌਰ ਸ਼ਬਦ ਹੈ, ਇਹਦੇ ਬਹੁਤ ਵੱਡੇ ਅਰਥ ਨੇ। ਇਹ ਛੋਟੀ ਮੋਟੀ ਗੱਲ ਨਹੀਂ ਕਿ ਹਰ ਇੱਕ ਨੂੰ ਆਪਾਂ ਬਾਬਾ ਜੀ ਕਹਿ ਦਈਏ, ਨਹੀਂ, ਇਹ ਸਤਿਗੁਰਾਂ ਦੀ ਗੋਦ ਵਿੱਚੋਂ ਕਮਾਈ ਕਰਕੇ ਬਖਸ਼ਿਸ਼ ਲੈਣਾ ਕੀਤੀ ਹੈ, ਸਤਿਗੁਰਾਂ ਦੀ ਗੋਦ ਵਿੱਚੋਂ ਕਮਾਈ ਕਰਕੇ ਬਖਸ਼ਿਸ਼ ਲੈਣਾ ਕੀਤੀ ਹੈ ਕਿ ਅੰਸ਼ ਬੰਸ ਨੂੰ ਇਤਨਾ ਵੱਡਾ ਸਤਿਕਾਰ ਮਿਲਣਾ ਕੀਤਾ ਕਿ ਅੰਸ਼ ਬੰਸ ਫਿਰ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚਲਦੀ ਆ ਰਹੀ ਹੈ, ਪਾਏ ਹੋਏ ਪੂਰਨਿਆਂ ਤੇ ਚਲਦੀ ਆ ਰਹੀ ਹੈ। ਤੇ ਸਾਰੀਆਂ ਸੰਗਤਾਂ ਫਿਰ ਅੰਸ਼ ਬੰਸ ਨੂੰ ਵਡਿਆਈਆਂ ਦਿੰਦੀਆਂ, ਸ਼ੋਭਾ ਕਰਦੀਆਂ। ਇਸੇ ਕਰਕੇ ਸਤਿਗੁਰੂ ਜੀ ਮਹਾਰਾਜ ਨੇ ਫਿਰ ਅੰਸ਼ ਬੰਸ ਨੂੰ ਬੜਾ ਸਾਰਾ ਸਤਿਕਾਰ ਦੇਣਾ ਕੀਤਾ। ਬਾਬਾ ਸੁੰਦਰ ਜੀ ਇੱਕ ਪਾਸੇ ਬੈਠੇ ਆ, ਦੂਸਰੇ ਪਾਸੇ ਪਰਮਾਨੰਦ ਜੀ ਨੇ, ਸਾਹਮਣੇ ਬਾਬਾ ਭਾਨਾ ਜੀ ਬੈਠੇ ਹੋਏ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ, ਜਿਹੜੇ ਕਿ ਹਰ ਇੱਕ ਗੁਰਮਤਿ ਅਨੁਸਾਰ, ਜਿਨ੍ਹਾਂ ਦੇ ਹਰ ਇੱਕ ਗੁਰਮਤਿ ਅਨੁਸਾਰ ਇਸ ਘਰ ਦੇ ਕਾਰਜ ਹੋਇਆ ਕਰਦੇ ਸੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਜਿਤਨੇ ਵੀ ਕਾਰਜ ਸੀ ਨਾ, ਗੁਰੂ ਪਿਆਰ ਵਾਲਿਓ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਬਚਨਾਂ ਅਨੁਸਾਰ ਹੋਇਆ ਕਰਦੇ ਸੀ। ਕਿਉਂਕਿ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਪਾਉਣ ਵਾਸਤੇ ਗਏ ਹੈ ਨਾ, ਮੰਨ ਲਓ ਕਿ ਕੱਲ ਵਾਲੇ ਦਿਨ ਜਾਣਾ ਹੋਵੇ ਤੇ ਅੱਜ ਦੇ ਸ਼ਾਮ ਜਿਸ ਜਗ੍ਹਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਖ ਆਸਨ ਕੀਤੇ ਜਾਂਦੇ ਸੀ, ਉਸ ਕਮਰੇ ਵਿੱਚ ਬੈਠ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਲੰਘੇ ਤੇ ਸੁਭਾਏਮਾਨ ਕੀਤਾ ਹੋਇਆ ਹੈ,
ਸੁਖ ਆਸਨ ਨੇ। ਇੱਥੇ ਬੈਠ ਕੇ ਭਾਈ ਗੁਰਦਾਸ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ ਬੁਲਾ ਕੇ ਇਹ ਬਚਨ ਕੀਤੇ ਸੀ ਕਿ ਸਾਹਿਬਜ਼ਾਦਾ ਜੀ, ਅਸੀਂ ਹੁਣ ਚੱਲੇ ਆਂ ਲਾਹੌਰ ਨੂੰ, ਤੇ ਇਸ ਤੋਂ ਬਾਅਦ ਤੁਸਾਂ ਨੇ ਗੁਰਤਾ ਗੱਦੀ ਤੇ ਸੁਭਾਏਮਾਨ ਹੋਣਾ ਹੈ, ਤੇ ਜਿਤਨੇ ਵੀ ਗੁਰੂ ਦਰਬਾਰ ਦੇ ਕਾਰਜ ਨੇ ਨਾ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਗੁਰਮਤਿ ਅਨੁਸਾਰ ਕਰਨੇ ਐ। ਇਹਨਾਂ ਦੇ ਕਿਸੇ ਬਚਨ ਨੂੰ ਤੁਸਾਂ ਨੇ ਮੋੜਨਾ ਨਹੀਂ, ਇਹਨਾਂ ਦੇ 7 ਬਚਨ ਦੇ ਅਧਿਕਾਰੀ ਹੋ ਕੇ ਤੁਸਾਂ ਨੇ ਚੱਲਣਾ ਹੈ। ਤੇ ਸਾਹਿਬਜ਼ਾਦਾ ਹਰਗੋਬਿੰਦ ਜੀ ਕਹਿਣ ਲੱਗੇ, ਪਿਤਾ ਗੁਰੂ ਜੀ 7 ਬਚਨ। ਤੇ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਜਿਤਨੇ ਵੀ ਕਾਰਜ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਮਤਿ ਅਨੁਸਾਰ ਹੁੰਦੇ ਰਹੇ ਹੈ। ਗੁਰੂ ਪਿਆਰ ਵਾਲਿਓ, ਤੇ ਅੱਗੇ ਜਦੋਂ ਬਾਬਾ ਬੁੱਢਾ ਜੀ ਪਰਲੋਕ ਗਮਨ ਕਰ ਗਏ, ਉਸ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਭਾਨਾ ਜੀ ਇਸ ਪਦਵੀ ਤੇ ਸਥਾਪਿਤ ਹੋਏ ਹੈ, ਤੇ ਸਤਿਗੁਰੂ ਜੀ ਮਹਾਰਾਜ ਮਾਣ ਸਤਿਕਾਰ ਦੇ ਰਹੇ ਹੈ। ਬਾਬਾ ਭਾਨਾ ਜੀ, ਇਹ ਦਸਤਾਰ ਤੁਸੀਂ ਸਜਾਣਾ ਕਰੋ, ਤੇ ਸਾਰੀਆਂ ਸੰਗਤਾਂ ਇਹ ਵਡਿਆਈ, ਇਹ ਸ਼ੋਭਾ ਸਾਹਮਣੇ ਆਪਣੇ ਨੇਤਰਾਂ ਦੇ ਨਾਲ ਦੇਖ ਲੈਣਗੇ। ਭੋਜੇ ਦਾਤੂ ਸੁਤ ਨਹੀਂ ਆਇਓ, ਕਹਾਂ ਕਾ ਜਿਸ ਮੈਂ ਬ੍ਰਹਮਾਇਓ। ਤੇ ਜਿੱਥੇ ਸਤਿਗੁਰਾਂ ਨੇ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਨੂੰ ਆਪਣੇ ਲਾਗੇ ਬਿਠਾਇਆ, ਉੱਥੇ ਇਹਨਾਂ ਤੋਂ ਪੁੱਛਿਆ ਵੀ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਸੁੰਦਰ ਜੀ, ਤੁਸੀਂ ਆਏ ਹੋ ਤੇ ਦਾਤੂ ਜੀ ਦੇ ਸੁਪੁੱਤਰ ਕਿਉਂ ਨਹੀਂ ਆਏ? ਕਿਉਂਕਿ ਤੁਸੀਂ ਉਧਰ ਦੀ ਹੋ ਕਰਕੇ ਆਏ ਹੋ, ਤੇ ਉਹਨਾਂ ਨੇ ਆਉਣਾ ਸੀ, ਉਹਨਾਂ ਨੇ ਕਿਉਂ ਨਹੀਂ ਆਉਣਾ ਕੀਤਾ? ਜਾਂ ਕਿਸੇ ਕਾਰਜ ਦੇ ਵਿੱਚ ਭਰਮ ਗਏ ਹੈ? ਕਿਉਂਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜਾਨੀ ਜਾਨ ਪਾਤਸ਼ਾਹ ਜਾਣਦੇ ਸੀ ਕਿ ਰਸਤੇ ਵਿੱਚ ਰਹਿ ਗਏ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪੁੱਛਿਆ ਨਾ ਜਦੋਂ ਸਤਿਗੁਰਾਂ ਨੇ ਕਿ ਕੀ ਗੱਲ ਹੈ, ਤੇ ਸਤਿਗੁਰਾਂ ਦਾ ਇਹ ਬਚਨ ਸੁਣ ਕੇ ਬਾਬਾ ਸੁੰਦਰ ਜੀ ਨੇ ਦੱਸਣਾ ਕੀਤਾ। ਕਹਿਣ ਲੱਗੇ, ਸਤਿਗੁਰੂ ਜੀ, ਇਹ ਦੱਸਣਾ ਕਰੀਏ, ਦਾਤੂ ਜੀ ਦਾ ਸੁਪੁੱਤਰ ਸਾਡੇ ਸਾਥ ਆ ਰਿਹਾ ਸੀ, ਰਸਤੇ ਵਿੱਚ ਕਰਤਾਰਪੁਰ ਆ ਕੇ ਸਾਨੂੰ ਰਾਤ ਕੱਟਣੀ ਪੈ ਗਈ, ਤੇ ਧੀਰਮਲ ਦੇ ਰੋਕਣੇ ਕਰਕੇ ਉਸਨੇ ਆਉਣਾ ਨਹੀਂ ਕੀਤਾ। ਕਿਉਂਕਿ ਧੀਰਮਲ ਆਪ ਵੀ ਨਹੀਂ ਆਇਆ, ਤੇ ਉਹਦਾ ਜਿਤਨਾ ਵਸ ਚੱਲਿਆ, ਜਿਹੜੇ ਜਿਹੜੇ ਉਹਦੇ ਆਖੇ ਲੱਗੇ ਉਹਨਾਂ ਨੂੰ ਹਟਾਉਣਾ ਵੀ ਚਾਹੁੰਦਾ ਸੀ। ਕਿ ਸਤਿਗੁਰੂ ਜੀ ਮਹਾਰਾਜ, ਸਾਨੂੰ ਵੀ ਬਹੁਤ ਸਾਰਾ ਉਸਨੇ ਕਹਿਣਾ ਕੀਤਾ, ਪਰ ਅਸੀਂ ਤੇ ਉਹਦੇ ਕਪਟ ਨੂੰ ਜਾਣ ਗਏ ਕਿ ਧੀਰਮਲ ਕਪਟੀ ਬਣ ਗਿਆ, ਛਲੀਆ ਬਣ ਗਿਆ, ਹੰਕਾਰੀ ਬਣ ਗਿਆ, ਨਿੰਦਕ ਬਣ ਗਿਆ, ਰਖਾਲੂ ਬਣ ਗਿਆ, ਕਿ ਅਸਾਂ ਨੇ ਇਹਨੂੰ ਜਵਾਬ ਦੇਣਾ ਕੀਤਾ। ਧੀਰਮਲ ਜੀ, ਅਸੀਂ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਜਾਵਾਂਗੇ, ਅਸੀਂ ਕਦਾਚਿਤ ਵੀ ਤੇਰੀ ਗੱਲ ਇਹ ਮੰਨਣ ਵਾਸਤੇ ਤਿਆਰ ਨਹੀਂ। ਭਾਵੇਂ ਗੁੱਸੇ ਹੋ, ਭਾਵੇਂ ਰਾਜੀ ਹੋ, ਅਸੀਂ ਤੇ ਬਈ ਕੀਰਤਪੁਰ ਸਾਹਿਬ ਇਸ ਸੋਗ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਵਾਂਗੇ। ਇਹ ਸਤਿਗੁਰੂ ਜੀ ਜਾਪਦਾ ਹੈ ਕਿ ਰਾਤ ਦੇ ਸਮੇਂ ਦਾਤੂ ਜੀ ਦੇ ਪੁੱਤਰ ਨੂੰ ਉਸਨੇ ਕੋਈ ਨਾ ਕੋਈ ਗੱਲਾਂ ਸਿਖਾ ਦਿੱਤੀਆਂ, ਤੇ ਛਲ ਕਰਕੇ ਉਸ ਨੂੰ ਰੋਕ ਲਿਆ ਕਿ ਸਵੇਰੇ ਉਹ ਸਾਡੇ ਨਾਲ ਤੁਰਿਆ ਨਹੀਂ, ਸਵੇਰੇ ਉਹ ਸਾਡੇ ਨਾਲ ਤੁਰਿਆ ਨਹੀਂ। ਪਤਾ ਨਹੀਂ ਧੀਰਮਲ ਨੇ ਕੀ ਕੁਛ ਉਹਨੂੰ ਕਹਿ ਕੇ ਤੇ ਛਲ ਕਰਨਾ ਕੀਤਾ ਹੈ। ਨਿਕਟ ਆਪਣੇ ਰਾਖੋ ਤਾਹੀ, ਬੁਝਤੇ ਬਿਨ ਕਿਆ ਟਿਕ ਜਾਹੇ। ਬੜੋ ਪੁੱਤਰ ਮੈਂ ਉਚਤ ਬੜਾਈ, ਨਿਕਟ ਗ੍ਰੰਥ ਤੇ ਲਈ ਗੁਰਾਈ। ਕਿ ਇਸ ਕਰਕੇ ਸਤਿਗੁਰੂ ਜੀ ਮਹਾਰਾਜ ਜਾਪਦਾ ਕਿ ਉਹਨੇ ਆਪਣੇ ਪਾਸ ਰੱਖ ਲਿਆ। ਤੇ ਇਹ ਵੀ ਅਸੀਂ ਸੁਣਿਆ ਧੀਰਮਲ ਦੇ ਮੂੰਹ ਵਿੱਚੋਂ ਕਿ ਧੀਰਮਲ ਕਹਿੰਦਾ ਸੀ, ਬਈ ਮੇਰੇ ਤੋਂ ਬਗੈਰ ਕੋਈ ਵੀ ਉਸ ਪਾਸੇ ਵੱਲ ਜਾਏ ਨਾ, ਮੇਰੇ ਤੋਂ ਬਗੈਰ ਕੋਈ ਵੀ ਉਸ ਪਾਸੇ ਵੱਲ ਜਾਏ ਨਾ, ਕਿਉਂਕਿ ਮੈਂ ਵੱਡਾ ਪੁੱਤਰ ਹਾਂ ਤੇ ਮੈਂ ਵਡਿਆਈ ਦੇ ਯੋਗ ਸੀ, ਮੈਂ ਵਡਿਆਈ ਦੇ ਯੋਗ ਸੀ। ਪਰ ਦਾਦਾ ਗੁਰੂ ਜੀ ਪਹਿਲੋਂ ਤੋਂ ਹੀ ਇਹ ਵਡਿਆਈ ਮੇਰੇ ਛੋਟੇ ਭਰਾਤਾ ਜੀ ਨੂੰ ਦੇਣਾ ਚਾਹੁੰਦੇ ਸੀ, ਪਰ ਮੈਂ ਆਪਣੇ ਦਿਮਾਗ ਦੇ ਨਾਲ ਜਦੋਂ ਕਰਤਾਰਪੁਰ ਤੋਂ ਜਾਣ ਲੱਗੇ, ਗ੍ਰੰਥ ਸਾਹਿਬ ਮੈਂ ਆਪਣੇ ਪਾਸ ਗੁਰਿਆਈ ਵਾਸਤੇ ਰੱਖ ਲਿਆ ਕਿ ਜਿਹਦੇ ਪਾਸ ਗ੍ਰੰਥ ਹੋਏਗਾ
ਉਹੀ ਗੁਰੂ ਹੈ, ਦੂਸਰਾ ਗੁਰੂ ਹੀ ਨਹੀਂ ਮੰਨਿਆ ਜਾਏਗਾ। ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਕਹਿੰਦੇ ਸਤਿਗੁਰੂ ਜੀ ਉਹ ਤੇ ਆਪੂ ਹੀ ਗੁਰੂ ਬਣਿਆ ਬੈਠਾ ਜੇ। ਉਹ ਕਹਿੰਦਾ ਕਿ ਗ੍ਰੰਥ ਸਾਹਿਬ ਮੇਰੇ ਪਾਸ ਹੈ ਤੇ ਮੈਂ ਹੀ ਗੁਰੂ ਹਾਂ, ਕਿਉਂਕਿ ਇਹ ਵੱਡਿਆਂ ਨੇ ਬਾਣੀ ਰਚ ਕਰਕੇ ਤੇ ਇਹਦੀ ਰਚਨਾ ਕੀਤੀ ਹੈ ਤੇ ਮੈਂ ਗੁਰੂ ਬਣ ਕੇ ਤੇ ਇੱਥੇ ਕਰਤਾਰਪੁਰ ਵਿਖੇ ਪੂਜਾ ਕਰਵਾਵਾਂਗਾ। ਬੜਾ ਸਾਰਾ ਧਨ ਸੰਗਤਾਂ ਫਿਰ ਇੱਥੇ ਲਿਆ ਕਰਕੇ ਚੜਾਉਣਗੀਆਂ ਤੇ ਬੜਾ ਸੁੰਦਰ ਕਿਸਮ ਦਾ ਨਜ਼ਾਰਾ ਇੱਥੇ ਬੰਨਾ ਕਰੇਗਾ ਕਿ ਮੈਨੂੰ ਇਸ ਗੁਰਿਆਈ ਤੋਂ ਕੌਣ ਹਟਾ ਸਕਦਾ ਹੈ। ਕਹਿਣ ਦਾ ਮਤਲਬ ਕਿ ਇਸ ਗੁਰਿਆਈ ਤੋਂ ਕੋਈ ਵੀ ਮੈਨੂੰ ਹਟਾ ਨਹੀਂ ਸਕੇਗਾ, ਕਿਉਂਕਿ ਸ੍ਰੀ ਗ੍ਰੰਥ ਸਾਹਿਬ ਦੇ ਕਿਰਪਾ ਕਰਕੇ ਇਹਨਾਂ ਦੇ ਪ੍ਰਤਾਪ ਕਰਕੇ ਮੈਂ ਵਡਿਆਈ ਪਾਣਾ ਕੀਤੀ ਹੈ। ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਨੇ ਦਰਸਾਇਆ ਸਤਿਗੁਰਾਂ ਦੇ ਚਰਨਾਂ ਵਿੱਚ। ਕਹਿਣ ਲੱਗੇ ਸਤਿਗੁਰੂ ਜੀ ਉਹ ਤੇ ਗੁਰੂ ਬਣਿਆ ਬੈਠਾ ਹੈ। ਕਹਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਪਾਸ ਨੇ, ਮੈਨੂੰ ਕੋਈ ਵੀ ਹਟਾ ਨਹੀਂ ਸਕਦਾ ਗੁਰੂ ਬਣ ਤੋਂ। ਜਿਹਦੇ ਪਾਸ ਇਹ ਗ੍ਰੰਥ ਹੈ ਉਹੀ ਗੁਰੂ ਹੈ ਤੇ ਮੈਨੂੰ ਲੋੜ ਨਹੀਂ ਉਸ ਜਗ੍ਹਾ ਤੇ ਜਾਣ ਦੀ ਕਿ ਸਾਰਿਆਂ ਨੂੰ, ਜਿਤਨੇ ਵੀ ਉਹਦੇ ਪਾਸ ਗਏ ਸਾਰਿਆਂ ਨੂੰ ਰੋਕਣਾ ਕੀਤਾ। ਪਰ ਸਤਿਗੁਰੂ ਜੀ ਅਸੀਂ ਉਹਦਾ ਛਲ ਸਮਝ ਗਏ, ਅਸੀਂ ਉਹਦੇ ਆਖੇ ਲੱਗਣਾ ਨਹੀਂ ਕੀਤਾ। ਇਸ ਵਾਸਤੇ ਉਸਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਬਹੁਤ ਸਾਰੀਆਂ ਧੀਰਮਲ ਨੇ ਗੱਲਾਂ ਕੀਤੀਆਂ ਤੇ ਸਤਿਗੁਰੂ ਜੀ ਉਹਦੇ ਹਿਰਦੇ ਵਿੱਚ ਬੜਾ ਵੱਡਾ ਹੁਣ ਹੰਕਾਰ ਹੈ ਕਿ ਗ੍ਰੰਥ ਮੇਰੇ ਪਾਸ ਹੈ ਤੇ ਮੈਂ ਗੁਰੂ ਹਾਂ। ਇਸ ਵਾਸਤੇ ਉਸਨੇ ਦਾਤੂ ਦੇ ਪੁੱਤਰ ਨੂੰ ਛਲ ਕਰਕੇ ਤੇ ਰੱਖ ਲਿਆ। ਹੁਣ ਜਦੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਅੰਸ਼ ਬੰਸ ਨੇ ਇਹ ਸਾਰੀ ਗੱਲ ਸਤਿਗੁਰਾਂ ਦੇ ਪਾਸ ਕੀਤੀ ਨਾ, ਤੇ ਇਹ ਸੁਣ ਕੇ ਬਾਬਾ ਭਾਨਾ ਜੀ ਇਸ ਕਪਟ ਨੂੰ ਸੁਣ ਕੇ ਤੇ ਬੜੇ ਹੈਰਾਨ ਹੋਏ ਤੇ ਰਾਏ ਜੋਧ ਤੇ ਬਾਬਾ ਭਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਮਹਾਰਾਜ ਹੱਦ ਹੋ ਗਈ, ਕਮਾਲ ਕਰ ਦਿੱਤੀ, ਧੀਰਮਲ ਬੜਾ ਕਪਟੀ ਨਿਕਲਣਾ ਕੀਤਾ। ਐਸਾ ਕਿਵੇਂ ਹੋ ਗਿਆ ਕਿ ਘਰ ਦੇ ਵਿੱਚੋਂ ਦੁਸ਼ਮਣ ਪਲ ਗਿਆ। ਕਪਟ ਧਾਰਨਾ ਕੀਤਾ ਕਿ ਸੁਣਿਆ ਕਿ ਇਹਨੇ ਪਹਿਲੋਂ ਬਾਦਸ਼ਾਹ ਵੱਲੇ ਚਿੱਠੀ ਵੀ ਪੱਤਰਕਾ ਵੀ ਲਿਖ ਕੇ ਭੇਜੀ ਹੈ ਕਿ ਮੈਂ ਸਦਾ ਹੀ ਤੁਹਾਡੇ ਆਗਿਆ ਅਨੁਸਾਰੀ ਹੋ ਕਰਕੇ ਰਹਾਂਗਾ ਤੇ ਮੇਰੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਏ, ਮੈਂ ਕਦਾਚਿਤ ਵੀ ਤੁਹਾਡੇ ਬਾਰੇ ਬੁਰਾ ਚਿਤਵਦਾ ਨਹੀਂ। ਸਤਿਗੁਰੂ ਜੀ ਬੜੀ ਮਾੜੀ ਗੱਲ ਹੈ ਧੀਰਮਲ ਨੇ ਕਰਨਾ ਕੀਤੀ ਹੈ। ਦੇਖੋ ਕਹਾਂ ਦਵੈਸ਼ ਪੁਜਾਇਓ, ਮਨ ਮਾਤੇ ਨਿਜ ਗੁਰੂ ਬਣਾਇਓ। ਕਿ ਦੇਖੋ ਸਤਿਗੁਰੂ ਜੀ ਕਿਤਨੀ ਈਰਖਾ ਆਪਣੇ ਮਨ ਦੇ ਵਿੱਚ ਭਰੀ ਫਿਰਦਾ ਹੈ। ਧੀਰਮਲਿਆ ਕਿਤਨੀ ਆਪਣੇ ਮਨ ਦੇ ਵਿੱਚ ਈਰਖਾ ਭਰੀ ਫਿਰਦਾ ਹੈ ਕਿ ਮਨਮਤ ਦੇ ਨਾਲ ਹੀ ਆਪਣੇ ਆਪ ਨੂੰ ਗੁਰੂ ਬਣਾਈ ਫਿਰਦਾ ਹੈ। ਕੱਲਾ ਹੀ ਕਹਿਣ ਦਾ ਮਤਲਬ ਕਿ ਆਪਣੀ ਮੱਤ ਅਨੁਸਾਰ ਹੀ ਗੁਰੂ ਬਣ ਕੇ ਤੇ ਕਰਤਾਰਪੁਰ ਵਿੱਚ ਬੈਠਾ ਹੋਇਆ ਹੈ। ਇਸ ਤਰ੍ਹਾਂ ਸਾਰਿਆਂ ਨੇ ਸੁਣ ਕਰਕੇ ਇਹੀ ਨਿਸ਼ਚਾ ਧਾਰਨ ਕੀਤਾ ਕਿ ਬਈ ਧੀਰ ਮੱਲੀਆ ਬੜਾ ਕਪਟੀ ਹੋ ਗਿਆ, ਬੜਾ ਬੇਈਮਾਨ ਹੋ ਗਿਆ, ਰਖਾਲੂ ਹੋ ਗਿਆ ਕਿ ਪਰਿਵਾਰ ਤੋਂ ਵੱਖਰਾ ਹੋ ਕੇ ਤੇ ਕੁਛ ਵੀ ਖੱਟੇਗਾ ਨਹੀਂ, ਹਰ ਪਾਸੇ ਤੋਂ ਇਹਨੂੰ ਦੁਰਕਾਰਾਂ ਹੀ ਪੈਣਗੀਆਂ। ਕਿਉਂਕਿ ਜਿਹੜਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਤੋਂ ਦੁਰਕਾਰਿਆ ਗਿਆ ਉਹਨੂੰ ਸਦਾ ਹੀ ਫਟਕਾਰਾਂ ਪੈਂਦੀਆਂ, ਸਦਾ ਹੀ ਫਟਕਾਰਾਂ ਪੈਂਦੀਆਂ। ਤੇ ਸਾਰੀਆਂ ਸੰਗਤਾਂ ਨੇ ਫਿਰ ਇਹ ਆਵਾਜ਼ ਦੇਣਾ ਕੀਤੀ ਕਿ ਸਤਿਗੁਰੂ ਜੀ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਦਸਤਾਰਬੰਦੀ ਫਿਰ ਅੱਜ ਕਰਵਾਈ ਜਾਏ। ਉਹਨਾਂ ਦੇ ਪਿਤਾ ਦੀ ਜਗ੍ਹਾ ਤੇ ਸਾਰੀਆਂ ਸੰਗਤਾਂ ਨੇ ਧੀਰਮਲ ਦਾ ਕਪਟ ਸੁਣ ਕੇ ਤੇ ਏਦਾਂ ਫਿਰ ਬੇਨਤੀਆਂ ਕੀਤੀਆਂ ਹਨ। ਅੰਤਰ ਵਹਿਰ ਪ੍ਰਗਟਤਾ ਭਈ, ਬੜਿਆਈ ਲਗ ਸੁਧ ਕੋ ਦਈ। ਕਿ ਸਾਰੇ ਪਾਸੇ ਇਹ ਗੱਲ ਪ੍ਰਗਟ ਹੋ ਗਈ, ਸਾਰੇ ਪਾਸੇ ਇਹ ਗੱਲ, ਇਹ ਕਹਾਣੀ ਪ੍ਰਗਟ ਹੋਣਾ ਕੀਤੀ ਹੈ ਕਿ ਬਈ ਧੀਰ ਮਲੀਆ ਵਾਗ ਪਾੜ ਕੇ ਚੱਲਣ ਲੱਗ ਗਿਆ, ਤੁਰਕਾਂ ਦਾ ਗੁਲਾਮ ਬਣਨਾ ਚਾਹੁੰਦਾ ਹੈ। ਇਸ ਕਰਕੇ ਅੱਜ ਵਡਿਆਈ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੂੰ ਦਸਤਾਰ ਜਿਹੜੀ ਉਹਨਾਂ ਨੂੰ ਦੇਣਾ ਕੀਤੀ ਗਈ ਹੈ।
ਇਦਾਂ ਹੁਣ ਗੁਰਮਤਾ ਹੁੰਦਿਆਂ ਨਾ ਇਤਿਹਾਸਕਾਰ ਕਹਿੰਦਾ ਜਾਮ ਦਿਵਸ ਚੜ੍ਹਬੇ ਲਗ ਮਸਲਤ ਕਿ ਇੱਕ ਪੈਰ ਦਿਨ ਚੜ ਗਿਆ। ਕਹਿਣ ਦਾ ਭਾਵ ਕਿ ਸਵੇਰ ਤੋਂ ਲੈ ਕੇ ਇੱਕ ਪੈਰ ਪੂਰਾ ਹੋ ਗਿਆ। ਇਸ ਗੱਲ ਤੇ ਗੁਰਮਤਾ ਕਰਦਿਆਂ ਹੋਇਆ ਕਿ ਦਸਤਾਰ ਜਿਹੜੀ ਹੈ ਉਹ ਹੁਣ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਦਿੱਤੀ ਜਾਏ, ਕਿਉਂਕਿ ਧੀਰ ਮਲੀਆ ਇਸ ਹੱਕਦਾਰ ਨਹੀਂ, ਕਿਉਂਕਿ ਉਹਨੇ ਬਾਦਸ਼ਾਹ ਵੱਲੇ ਚਿੱਠੀ ਵੀ ਲਿਖਣਾ ਕੀਤੀ ਹੈ, ਪੱਤਰਕਾ ਵੀ ਲਿਖਣਾ ਕੀਤੀ ਹੈ, ਤੇ ਬਾਕੀ ਗੁਰੂ ਦਰਬਾਰ ਦੇ ਸੰਬੰਧ ਵਿੱਚ ਬੜਾ ਮਾੜਾ ਬੋਲਿਆ, ਬੜੀ ਸਾਰੀ ਤੋਹੀਨ ਵਾਲੀਆਂ ਗੱਲਾਂ ਕਹਿ ਦਿੱਤੀਆਂ। ਕਹਿ ਲੋ ਕਿ ਉਹ ਆਪਣੇ ਆਪ ਗੁਰੂ ਬਣ ਕੇ ਤੇ ਵੱਡਾ ਦੋਸ਼ੀ ਬਣਿਆ ਬੈਠਾ ਹੈ। ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਪਾਸ ਨੇ ਤੇ ਏਦਾਂ ਉਹ ਗੁਰੂ ਬਣ ਨਹੀਂ ਸਕਦਾ, ਕਿਉਂਕਿ ਉਹ ਵੀ ਤੇ ਧੱਕੇਸ਼ਾਹੀ ਦੇ ਨਾਲ ਹੀ ਰੱਖਿਆ ਹੋਇਆ ਨਾ, ਕਿ ਗੁਰਸਿੱਖਾਂ ਨੂੰ ਦੇਣਾ ਨਹੀਂ ਕੀਤਾ। ਸਾਰਿਆਂ ਨੇ ਫਿਰ ਸ੍ਰੀ ਹਰਿਰਾਏ ਉੱਤੇ ਸਹਿਮਤੀ ਪ੍ਰਗਟ ਕਰਨਾ ਕੀਤੀ ਹੈ। ਤੇ ਜਿਵੇਂ ਜਿਵੇਂ ਸੰਗਤਾਂ ਨੇ ਇਹ ਸਲਾਹ ਸਰਵਣ ਕੀਤੇ ਨਾ, ਇਹ ਸਾਰੀਆਂ ਸੰਗਤਾਂ ਨੇ ਜਿੱਥੇ ਹਾਂ ਵਿੱਚ ਹਾਂ ਮਿਲਾਈ, ਉੱਥੇ ਸਾਰੇ ਪ੍ਰਸੰਨ ਹੋਣਾ ਕੀਤੇ ਹੈ, ਬਹੁਤ ਖੁਸ਼ ਹੋਣਾ ਕੀਤੇ ਹੈ। ਤੇ ਕਹਿੰਦੇ ਆ ਬਈ ਵਾਕਿਆ ਹੀ ਇਹ ਦਸਤਾਰਬੰਦੀ ਤੇ ਸ੍ਰੀ ਹਰਿਰਾਏ ਜੀ ਨੂੰ ਹੋਣਾ ਚਾਹੀਦੀ ਹੈ, ਜਿਹੜਾ ਕਿ ਬੜਾ ਮਿੱਠ ਬੋਲੜਾ ਸੁਭਾਅ, ਬੜੇ ਨਿੱਘੇ ਸੁਭਾਅ ਦੇ ਨੇ, ਬੜਾ ਵੱਡਾ ਧੀਰਜ ਧਾਰਨ ਕੀਤਾ ਹੋਇਆ ਹੈ, ਕਦਾ ਚਿੱਤ ਵੀ ਮੱਥੇ ਤੇ ਵੱਟ ਨਹੀਂ ਪਾਉਂਦੇ, ਸਾਰਿਆਂ ਦੇ ਨਾਲ ਮਿੱਠਾ ਬੋਲਦੇ ਹੈ ਤੇ ਹਰ ਇੱਕ ਦਾ ਕਹਿਣਾ ਮੰਨਣਾ ਕਰਦੇ ਆ। ਸਤ ਬਚਨ ਦੇ ਅਧਿਕਾਰੀ ਨੇ ਤੇ ਸਦਾ ਹੀ ਆਪਣੇ ਦਾਦਾ ਜੀ ਦੀ ਸੇਵਾ ਵਿੱਚ ਸ਼ਾਮਲ ਰਹਿੰਦੇ ਆ। ਦਾਦਾ ਜੀ ਮਤਲਬ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਮੇਰੇ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਦੇ ਪੋਤਰੇ, ਸਦਾ ਹੀ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦੇ ਹਨ। ਖਾਨ ਪਾਨ ਸਬਨ ਤਬ ਕੀਨ, ਵਰਤੈ ਦੇਗ ਰਾਤ ਦਿਨ ਦੀਨ। ਤੇ ਇਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਕੀਤਾ। ਏਦਾਂ ਕਹਿ ਲਓ ਕਿ ਇਹ ਦਸਤਾਰਬੰਦੀ ਹਰਿਰਾਏ ਸਾਹਿਬ ਜੀ ਨੂੰ ਦੇਣਾ ਕੀਤੀ ਗਈ। ਸਾਰੀਆਂ ਸੰਗਤਾਂ ਨੇ ਹਾਂ ਕਰਨਾ ਕੀਤੀ ਹੈ, ਅਤੇ ਨਾਲ ਹੀ ਇਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਪੰਗਤਾਂ ਵਿੱਚ ਬੈਠ ਕੇ ਛਕਣਾ ਕੀਤਾ। ਬੜਾ ਸੁੰਦਰ ਲੰਗਰ ਜਿਹੜਾ ਉਹ ਲਾਂਗਰੀਆਂ ਵੱਲੋਂ ਬਣਾਇਆ ਗਿਆ ਤੇ ਪੰਗਤਾਂ ਵਿੱਚ ਬੈਠ ਕਰਕੇ ਛਕਾਇਆ ਗਿਆ। ਢਲੀ ਦੁਪਹਿਰ ਨੂੰ ਤਿਆਰ ਹੋਣਾ ਕੀਤਾ ਤੇ ਮਸੰਦਾਂ ਨੇ ਸਾਰੀ ਸੰਗਤ ਦੀ ਖਬਰਸਾਰ ਲੈਣਾ ਕੀਤੀ ਹੈ, ਕਿਉਂਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਮੇਰੇ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਨੇ ਜਿਤਨੇ ਵੀ ਗੁਰੂ ਦਰਬਾਰ ਦੇ ਮਸੰਦ ਸੀ ਨਾ, ਉਹਨਾਂ ਦੀ ਡਿਊਟੀ ਲਗਾ ਦਿੱਤੀ ਕਿ ਭਾਈ ਜਿਤਨੀਆਂ ਵੀ ਸੰਗਤਾਂ ਦੂਰ ਨੇੜੇ ਤੋਂ ਆਈਆਂ, ਤੁਸਾਂ ਨੇ ਸਭ ਦੀ ਖਾਤਰਦਾਰੀ ਕਰਨੀ ਹੈ, ਸੇਵਾ ਕਰਨੀ ਹੈ। ਲੰਗਰ ਪ੍ਰਸ਼ਾਦਾ ਕਿਸੇ ਤਰ੍ਹਾਂ ਦੀ ਇੱਥੇ ਟੂਟ ਨਹੀਂ ਆਉਣੀ ਚਾਹੀਦੀ, ਤੇ ਬੜਾ ਸੁੰਦਰ ਲੰਗਰ ਪ੍ਰਸ਼ਾਦਾ ਸਾਰੀਆਂ ਸੰਗਤਾਂ ਨੂੰ ਛਕਾਉਣਾ ਹੈ। ਤੇ ਜਿਹੜੇ ਘੋੜਿਆਂ ਤੇ ਆਏ ਹੋਏ ਐ, ਉਹਨਾਂ ਦੇ ਘੋੜਿਆਂ ਨੂੰ ਘਾਹ ਦਾਣਾ ਪੱਠਾ ਅਤੇ ਨਿਹਾਰੀ ਦਿੱਤੀ ਜਾਏ। ਸਾਰਾ ਪ੍ਰੋਗਰਾਮ ਤੁਹਾਡੀ ਜ਼ਿੰਮੇਵਾਰੀ ਹੈ, ਸਭ ਦੇ ਤੁਸੀਂ ਜ਼ਿੰਮੇਵਾਰ ਜੇ। ਤੇ ਸੋਹਣਾ ਲੰਗਰ ਸਜਾ ਕਰਕੇ ਸਾਰੀਆਂ ਸੰਗਤਾਂ ਦੀ ਸੇਵਾ ਕੀਤੀ ਜਾਏ। ਫਰਸ਼ ਬਸ਼ਾਲ ਹਿਤ ਸ਼ਿਰਕਾਇਬ, ਸਭਾ ਸਤਾਨ ਸੁਧ ਕਰਵਾਇਗ। ਕਿ ਹਰ ਪਾਸੇ ਮਸੰਦਾਂ ਨੇ ਫਿਰ ਬੜੇ ਸੋਹਣੇ ਵਿਛਾਉਣੇ ਜਿਹੜੇ ਵਿਛਾਏ ਗਏ ਹੈ, ਸੋਹਣੇ ਵਿਛਾਉਣੇ ਵਿਛਾਣਾ ਕੀਤੇ ਹੈ, ਅਤੇ ਸਾਰੇ ਸਥਾਨ ਨੂੰ ਬੜਾ ਸੋਹਣਾ ਸਜਾਇਆ ਗਿਆ। ਕਿਸੇ ਤਰ੍ਹਾਂ ਦੀ ਕਸਰ ਜਿਹੜੀ ਬਾਕੀ ਨਹੀਂ ਛੱਡਣਾ ਕੀਤੇ। ਕਹਿ ਲੋ ਕਿ ਜਿਤਨਾ ਵੀ ਕੀਰਤਪੁਰ ਦਾ ਇਲਾਕਾ ਸੀ, ਮਸੰਦਾਂ ਨੇ ਜਿੱਥੇ ਸਾਫ਼ ਸੁਥਰਾ ਕਰਵਾਇਆ, ਉੱਥੇ ਸੰਗਤਾਂ ਦੇ ਬੈਠਣ ਵਾਸਤੇ ਸੋਹਣੇ ਗਲੀਚੇ ਫਰਸ਼ ਜਿਹੜੇ ਕਰਵਾਣਾ ਕੀਤੇ। ਤੇ ਸੰਗਤਾਂ ਜਿਹੜੀਆਂ ਉਹ ਫਿਰ ਗੁਰੂ ਦਰਬਾਰ ਦੀ ਸ਼ੋਭਾ ਕਰ ਰਹੀ ਹੈ। ਜਾਮ ਦਿਵਸ ਜਬ ਰਹੋ ਨਿਹਾਰੇ, ਸ੍ਰੀ ਹਰਗੋਬਿੰਦ ਤਾਹਾਂ ਸਦਾਰੇ। ਕਿ ਜਦੋਂ ਇੱਕ ਪੈਰ ਦਿਨ ਰਹਿੰਦਾ ਦੇਖਿਆ ਨਾ, ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਉਸ ਪਾਸੇ ਵੱਲ ਚਲੇ ਗਏ ਹੈ।
ਜਿਸ ਪਾਸੇ ਵੱਲ ਪੋਤਰੇ ਦੇ ਨਾਲ ਸਤਿਗੁਰੂ ਜੀ ਮਹਾਰਾਜ ਸੋਭ ਰਹੇ ਹੈ ਤੇ ਸਤਿਗੁਰਾਂ ਨੇ ਉਸ ਪਾਸੇ ਵੱਲ ਜਾਣਾ ਕੀਤਾ ਹੈ। ਆਪਣੇ ਪੋਤਰੇ ਦੇ ਹੱਥ ਨੂੰ ਹੱਥ ਵਿੱਚ ਫੜ ਕੇ ਤੇ ਲੰਗਰ ਵਾਲੇ ਪਾਸੇ ਪਹੁੰਚਣਾ ਕੀਤਾ ਹੈ। ਕਹਿਣ ਦਾ ਮਤਲਬ ਕਿ ਜਦੋਂ ਸਤਿਗੁਰੂ ਜੀ ਮਹਾਰਾਜ ਉੱਠੇ ਸਿੰਘਾਸਨ ਤੋਂ ਤੇ ਆਪਣੇ ਪੋਤਰੇ ਦਾ ਹੱਥ ਵਿੱਚ ਹੱਥ ਪਕੜ ਲਿਆ, ਕਿਉਂਕਿ ਬਹੁਤਾ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਸੀ, ਕਿਉਂਕਿ ਪੋਤਰਾ ਆਗਿਆਕਾਰੀ ਸੀ, ਸਤ ਵਚਨ ਦਾ ਅਧਿਕਾਰੀ ਸੀ ਤੇ ਸਦਾ ਹੀ ਸੇਵਾਦਾਰ ਬਣ ਕੇ ਤੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦਾ ਸੀ। ਸਤਿਗੁਰੂ ਜੀ ਮਹਾਰਾਜ ਅਤ ਸੁੰਦਰ ਮਸ ਆਨੰਦ ਡਸਾਈ, ਇਸ ਪਰ ਥਿਰੀ ਜਾਏ ਗੁਸਾਈ। ਸੁੰਦਰ ਸਿੰਘਾਸਨ ਤੇ ਸਤਿਗੁਰਾਂ ਨੇ ਨਾ ਫਿਰ ਸੁਭਾਏਮਾਨ ਹੋਣਾ ਕੀਤਾ, ਸੁੰਦਰ ਸਿੰਘਾਸਨ ਤੇ, ਕਿਉਂਕਿ ਸੇਵਾਦਾਰਾਂ ਨੇ ਸਤਿਗੁਰਾਂ ਦੀ ਸੇਵਾ ਵਾਸਤੇ ਬਹੁਤ ਸੁੰਦਰ ਸਿੰਘਾਸਨ ਬਣਾਇਆ ਹੋਇਆ, ਜਿਹਦੇ ਉੱਤੇ ਕਿ ਸਤਿਗੁਰੂ ਜੀ ਮਹਾਰਾਜ ਸੁਭਾਏਮਾਨ ਹੁੰਦੇ ਐ। ਏਦਾਂ ਕਹਿ ਲੋ ਕਿ ਸੋਨੇ ਦੇ ਛਤਰ ਬਣੇ ਹੋਏ ਤੇ ਬੜਾ ਸੁੰਦਰ ਚੌਰ ਜਿਹੜਾ ਉਹ ਸਤਿਗੁਰਾਂ ਦੇ ਸੀਸ ਤੇ ਝੁੱਲਦਾ ਹੈ। ਤੇ ਗੁਰੂ ਪਿਆਰ ਵਾਲਿਓ, ਜਿਵੇਂ ਜਿਵੇਂ ਕੋਈ ਦੂਰੋਂ ਆਉਂਦਾ ਦੇਖਦਾ ਹੈ ਨਾ, ਤੇ ਏਦਾਂ ਭੁਲੇਖਾ ਪੈਂਦਾ ਹੈ ਕਿ ਜਿਵੇਂ ਇੱਕ ਚਿੱਟਾ ਹੰਸ ਇੱਕ ਪਾਸੇ ਤੋਂ ਉਡਾਰੀ ਮਾਰ ਕੇ ਦੂਸਰੇ ਪਾਸੇ ਤੇ ਦੂਸਰੇ ਪਾਸੇ ਤੋਂ ਫਿਰ ਪਹਿਲੇ ਪਾਸੇ ਵੱਲ ਜਾਂਦਾ ਹੈ। ਇਤਿਹਾਸਕਾਰ ਨੇ ਨਾ ਸਤਿਗੁਰਾਂ ਦੇ ਘਰ ਦੀ ਬੜੀ ਸੁੰਦਰ ਸ਼ੋਭਾ ਕਲਮਬੰਦ ਕਰਨਾ ਕੀਤੀ ਗੁਰੂ ਪਿਆਰ ਵਾਲਿਓ, ਕਿ ਇਸ ਘਰ ਦੇ ਨਾਲ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਹਰ ਪੱਖ ਤੋਂ, ਕਿ ਇਹ ਘਰ ਸਾਰਿਆਂ ਦਾ ਪ੍ਰਤਪਾਲਕ ਹੈ, ਸਾਰਿਆਂ ਨੂੰ ਰੋਜੀ ਰੋਟੀ ਦੇਣ ਵਾਲਾ, ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਇਹ ਬਖਸ਼ਾ ਦੇਣ ਵਾਲਾ ਹੈ। ਜਿਹੜਾ ਵੀ ਇਸ ਘਰ ਦਾ ਸੇਵਕ ਬਣ ਗਿਆ, ਜਨ ਬਣ ਗਿਆ, ਗੋਲਾ ਬਣ ਗਿਆ, ਉਸ ਉੱਤੇ ਇਸ ਘਰ ਦੀਆਂ ਵਿਸ਼ੇਸ਼ ਰਹਿਮਤਾਂ ਹੋਣੀਆਂ ਕੀਤੀਆਂ। ਸੋਟ ਪੰਜ ਸੈ ਲੇਕਰ ਸੰਗ, ਆਏ ਵਜੂਦ ਰਾਏ ਬੁਧ ਅੰਗ। ਕਿ 500 ਯੋਧੇ ਲੈ ਕੇ ਰਾਏ ਜੋਧ ਨਾ ਕਾਂਗੜ ਵਾਲਾ ਰਾਜਾ ਇਹ ਗਿਆ ਹੋਇਆ ਸੀ ਸਤਿਗੁਰਾਂ ਦੇ ਚਰਨਾਂ ਵਿੱਚ, 500 ਯੋਧਾ ਲੈ ਕੇ, ਕਿਉਂਕਿ ਇਹ ਆਪਣੇ ਪਾਸ ਫੌਜ ਰੱਖਦਾ ਸੀ। ਜਦੋਂ ਮਾਲਵੇ ਦਾ ਯੁੱਧ ਹੋਇਆ, ਇਹਨੇ ਆਪਣੇ ਯੋਧਿਆਂ ਸਮੇਤ ਸਤਿਗੁਰਾਂ ਦੀ ਇਸ ਯੁੱਧ ਦੇ ਵਿੱਚ ਸਹਾਇਤਾ ਕੀਤੀ। ਏਦਾਂ ਕਹਿ ਲੋ ਕਿ ਅੱਗੇ ਹੋ ਕੇ ਯੁੱਧ ਲੜਿਆ ਮਾਲਵੇ ਵਾਲਾ, ਅੱਗੇ ਹੋ ਕੇ। ਹੁਣ ਇਹ 500 ਯੋਧਾ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ ਹੋਇਆ ਤੇ ਸਾਰਿਆਂ ਨਾਲੋਂ ਪਹਿਲੇ ਬਾਬਾ ਬੁੱਢਾ ਜੀ ਦੇ ਸਪੁੱਤਰ ਬਾਬਾ ਭਾਨਾ ਜੀ ਤੇ ਜਿਤਨੇ ਵੀ ਹੋਰ ਸੰਬੰਧੀ ਨੇ, ਉਹ ਸਾਰੇ ਸਤਿਗੁਰਾਂ ਦੇ ਆਗਿਆਕਾਰੀ ਹੋ ਕੇ ਤੇ ਲਾਗੇ ਪਹੁੰਚੇ ਹੋਏ ਐ। ਰੂਪਾ ਏ ਚਰਨ ਗੁਰ ਲਾਗਾ, ਪਰਮਾਨੰਦ ਸੁੰਦਰ ਬੜ ਭਾਗਾ। ਤੇ ਭਾਈ ਰੂਪਾ ਜੀ ਜਿਹੜਾ ਕਿ ਬੜਾ ਵੱਡਾ ਪ੍ਰੇਮ ਧਾਰ ਕੇ ਗੁਰੂ ਚਰਨਾਂ ਵਿੱਚ ਆਇਆ, ਬੜੀਆਂ ਸਾਰੀਆਂ ਇਸ ਘਰ ਤੋਂ ਬਖਸ਼ਾਂ ਲਈਆਂ, ਆ ਕੇ ਸਤਿਗੁਰਾਂ ਦੇ ਚਰਨਾਂ ਤੇ ਪੈ ਗਿਆ ਅਤੇ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਵੱਡੇ ਭਾਗਾਂ ਵਾਲੇ ਸਤਿਗੁਰਾਂ ਦੇ ਬੜੀ ਸ਼ੋਭਾ ਕਰਦੇ ਐ। ਜਿਤਨੇ ਵੀ ਵੱਡੇ ਮਸੰਦ ਨੇ ਉਹ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਨੇ। ਬੜੀਆਂ ਸਾਰੀਆਂ ਸੰਗਤਾਂ ਇਹਨਾਂ ਨੇ ਆਪਣੇ ਨਾਲ ਲਿਆਂਦੀਆਂ ਤੇ ਇਹ ਸੰਗਤਾਂ ਬੜੇ ਸਾਰੇ ਕਿਰਤ ਵਿਰਤ ਵਿੱਚੋਂ ਉਪਹਾਰ ਲੈ ਕੇ ਤੇ ਸਤਿਗੁਰਾਂ ਦੇ ਘਰ ਚੜਾਉਣ ਵਾਸਤੇ ਆਏ ਆ। ਏਦਾਂ ਕਹਿ ਲੋ ਕਿ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸੋਗ ਸਮਾਗਮ ਸੀ ਨਾ, ਇਹ ਸਤਿਗੁਰੂ ਜੀ ਮਹਾਰਾਜ ਨੇ ਰੱਖਿਆ ਸੀ। ਜਿੱਥੇ ਸੰਗਤਾਂ ਅਫਸੋਸ ਕਰਨ ਵਾਸਤੇ ਆਈਆਂ, ਉੱਥੇ ਬੜੇ ਸਾਰੇ ਉਪਹਾਰ ਲੈ ਕੇ ਆਈਆਂ। ਏਦਾਂ ਕਹਿ ਲੋ ਕਿ ਬਹੁਤ ਵੱਡੇ ਢੇਰ ਲੱਗਣਾ ਕੀਤੇ ਉਪਹਾਰਾਂ ਦੇ। ਇਹ ਗੁਰੂ ਘਰ ਦੀ ਵਡਿਆਈ ਹੈ, ਸ਼ੋਭਾ ਹੈ ਕਿ ਸੰਗਤਾਂ ਆਪੋ ਆਪਣਾ ਦਸਵੰਧ ਵੀ ਲੈ ਕੇ ਆਈਆਂ ਸਤਿਗੁਰਾਂ ਦੇ ਚਰਨਾਂ ਵਿੱਚੋਂ ਬਖਸ਼ਾ ਲੈਣ ਵਾਸਤੇ। ਲਗੋ ਦੀਵਾਨ ਮਹਾਨ ਸਥਾਨਾ, ਖਰੇ ਜੇ ਕੰਚਨ ਦੰਟਨ ਬਾਨਾ।
ਕਿ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਫਿਰ ਇੱਕ ਬਹੁਤ ਵੱਡਾ ਦੀਵਾਨ ਸਜਿਆ ਤੇ ਸੰਗਤਾਂ ਬੈਠ ਕਰਕੇ ਸਰਵਣ ਕਰ ਰਹੀਆਂ। ਮੇਵੜੇ ਜਿਹੜੇ ਅਰਦਾਸੀਏ ਜਿਹੜੇ ਐ ਉਹ ਸੋਨੇ ਦੇ ਡੰਡੇ ਲੈ ਕਰਕੇ ਤੇ ਖਲੋਤੇ ਹੋਏ ਐ। ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਵਾਰੀ ਨਾਲ ਕਰਵਾਉਂਦੇ ਐ। ਲੈਣ ਬੰਨ ਕੇ ਸੰਗਤਾਂ ਖਲੋਤੀਆਂ ਹੋਈਆਂ, ਜਿਵੇਂ ਜਿਵੇਂ ਵਾਰੀ ਆਉਂਦੀ ਹੈ ਨਮਸਕਾਰਾਂ ਕਰਕੇ ਤੇ ਸਤਿਗੁਰਾਂ ਦੇ ਇਸ ਪੰਡਾਲ ਵਿੱਚ ਬੈਠਦੇ ਜਾਂਦੇ ਐ। ਤੇ ਜਿਤਨੇ ਵੀ ਭੱਟ ਤੇ ਨਕੀਬ ਨੇ ਉਹ ਗੁਰੂ ਦਰਬਾਰ ਦਾ ਜਸ ਉਚਾਰਨ ਕਰਦੇ ਐ, ਸ਼ੋਭਾ ਕਰਦੇ ਐ ਕਹਿਣ ਦਾ ਭਾਵ। ਤੇ ਗੁਰੂ ਕੀਆਂ ਸਿੱਖ ਸੰਗਤਾਂ ਇਹਨਾਂ ਪਾਸੋਂ ਇਹ ਸ਼ੋਭਾ ਸੁਣ ਕੇ ਆਨੰਦਿਤ ਹੁੰਦੀਆਂ ਤੇ ਨਾਲੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਮਨ ਦੀ ਪਿਆਸ ਬੁਝਾਉਂਦੀਆਂ। ਦਰਸ਼ ਤੇਰੇ ਕੀ ਪਿਆਸ ਮਨ ਲੱਗੀ, ਜਿਹੜੀ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਲੱਗੀ ਸੀ ਨਾ ਉਹ ਮਿਟਾਉਂਦੇ ਐ। ਬੜਾ ਹਿਰਦਾ ਸ਼ਾਂਤ ਚਿਤ ਹੁੰਦਾ ਹੈ। ਪਰ ਦੂਸਰੇ ਪਾਸੇ ਹਿਰਦੇ ਵਿੱਚ ਦੁੱਖ ਵੀ ਹੈ, ਗਹਿਰਾ ਦੁੱਖ, ਕਿ ਜਵਾਨ ਅਵਸਥਾ ਵਿੱਚ ਸਤਿਗੁਰਾਂ ਦਾ ਸਾਹਿਬਜ਼ਾਦਾ ਚਲਿਆ ਗਿਆ ਕਿ ਹਾਲੇ ਜਾਣ ਦਾ ਟਾਈਮ ਨਹੀਂ ਸੀ। ਹਾਲੇ ਜਾਣ ਦਾ ਟਾਈਮ ਨਹੀਂ ਸੀ ਕਿ ਬੜਾ ਬਲਵਾਨ ਯੋਧਾ ਤੇ ਬੜਾ ਸੁਸ਼ੀਲ ਸੁਭਾਅ ਵਾਲਾ ਪੁੱਤਰ ਜਿਹੜਾ ਕਿ ਅਕਾਲ ਚਲਾਣਾ ਕਰ ਗਿਆ ਹੈ। ਭਾਨਾ ਆਦਿਕ ਪ੍ਰੇਮ ਰਸ ਭਾਗਾ, ਉਠ ਭਇਓ ਲੈ ਪ੍ਰਭ ਕੀ ਆਗਿਆ। ਸ੍ਰੀ ਹਰਿ ਰਾਏ ਸੀਸ ਦਸਤਾਰ, ਕਰਹੀ ਬੰਦਾਵਨ ਹਾਥੂ ਬਾਰ। ਕਿ ਸਤਿਗੁਰੂ ਜੀ ਮਹਾਰਾਜ ਦੀ ਆਗਿਆ ਲੈ ਕੇ ਨਾ ਬਾਬਾ ਭਾਨਾ ਜੀ ਬੜੇ ਪ੍ਰੇਮ ਵਿੱਚ ਆ ਕਰਕੇ ਦਸਤਾਰ ਲੈ ਕੇ ਉੱਠੇ ਆਏ ਅਤੇ ਆਪਣੇ ਹਸਤ ਕਮਲਾਂ ਨੂੰ ਉੱਪਰ ਚੁੱਕ ਕਰਕੇ ਤੇ ਹਰਿ ਰਾਏ ਜੀ ਦੇ ਸੀਸ ਤੇ ਦਸਤਾਰ ਸਜਾਉਣ ਲੱਗੇ। ਆਪਣੇ ਪਿਤਾ ਜੀ ਵਾਲੀ ਮਰਜ਼ਾਦਾ ਜਿਹੜੀ ਹੈ ਬਾਬਾ ਭਾਨਾ ਜੀ ਨਿਭਾਉਣ ਲੱਗੇ ਐ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਕਿ 6ਵੇਂ ਪਾਤਸ਼ਾਹ ਤੱਕ ਇਸ ਘਰ ਦੀ ਸੇਵਾ ਨਿਭਾਉਣਾ ਕੀਤੀ, ਉਹਨਾਂ ਦੇ ਸਾਹਿਬਜ਼ਾਦੇ ਹੁਣ ਅੱਗੇ ਜਿਤਨੇ ਵੀ ਗੁਰੂ ਸਾਹਿਬਾਨ ਨੇ ਉਹਨਾਂ ਦੇ ਚਰਨਾਂ ਦੀ ਸੇਵਾ ਨਿਭਾਉਣ ਵਾਸਤੇ ਹਾਜ਼ਰ ਨੇ। ਤੇ ਹਰਿ ਰਾਏ ਜੀ ਨੂੰ ਦਸਤਾਰ ਫਿਰ ਸੀਸ ਤੇ ਸਜਾਉਂਦੇ ਐ। ਸਤਿਗੁਰ ਨਿਜ ਕਰ ਸੰਗ ਸੁਧਾਰਤ, ਨਭ ਮੈਂ ਜੈ ਜੈਕਾਰ ਉਚਾਰਤ। ਤੇ ਸਤਿਗੁਰੂ ਜੀ ਮਹਾਰਾਜ ਵੀ ਨਾ ਆਪਣੇ ਹਸਤ ਕਮਲਾਂ ਦੇ ਨਾਲ ਆਪਣੇ ਪੋਤਰੇ ਦੇ ਸਰੀਰ ਤੇ ਇਸ ਦਸਤਾਰ ਨੂੰ ਸੰਵਾਰਦੇ ਐ, ਸੰਵਾਰਦੇ ਐ। ਬੜਾ ਵੱਡਾ ਪਿਆਰ ਇਹਨਾਂ ਦੇ ਨਾਲ। ਤੇ ਆਕਾਸ਼ ਵਿੱਚੋਂ ਦੇਵਤਿਆਂ ਨੇ ਜੈ ਜੈਕਾਰ ਦੇ ਨਾਰੇ ਲਗਾਣਾ ਕੀਤੀ ਹੈ, ਸ਼ੋਭਾ ਕਰਨਾ ਕੀਤੀ ਹੈ। ਸਤਿਗੁਰੂ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਅੰਸ਼ ਬੰਸ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਨੇ ਵੀ ਉੱਠ ਕੇ ਫਿਰ ਦਸਤਾਰ ਦੇਣਾ ਕੀਤੀ ਹੈ, ਦਸਤਾਰ ਦੇਣਾ ਕੀਤੀ ਹੈ। ਇਹ ਅੱਗੇ ਦੀ ਅੱਗੇ ਰਿਸ਼ਤੇਦਾਰੀ ਜੁੜਦੀ ਆਉਂਦੀ ਹੈ, ਕਿਉਂਕਿ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦਮਾਦ ਸੀ ਤੇ ਗੁਰਤਾ ਗੱਦੀ ਦੇਣਾ ਕੀਤੇ। ਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ 3 ਸੁਪੁੱਤਰ ਪ੍ਰਿਥੀ ਚੰਦ ਅਤੇ ਮਹਾਦੇਵ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪੋਤਰੇ ਨੇ ਸ੍ਰੀ ਹਰਿ ਰਾਏ ਜੀ, ਜੋ ਕਿ ਬੀਬੀ ਭਾਨੀ ਜੀ ਨੇ ਵਰ ਮੰਗਣਾ ਕੀਤਾ ਸੀ ਨਾ, ਗੁਰਤਾ ਗੱਦੀ ਘਰ ਦੀ ਘਰ ਵਿੱਚ ਰਹਿਣਾ ਕਰੇ, ਉਹ ਚਲਦੀ ਆਉਂਦੀ ਹੈ। ਅੱਗੇ ਦੀ ਅੱਗੇ ਰਿਸ਼ਤੇਦਾਰੀ ਹੈ। ਫਿਰ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਦਸਤਾਰ ਲੈ ਕਰਕੇ ਆਏ ਹੈ। ਰਾਏ ਜੋਧ ਨੇ ਫਿਰ ਆਪਣੇ ਵੱਲੋਂ ਦਸਤਾਰ ਦੇਣਾ ਕੀਤੀ ਹੈ। ਜਿਤਨੇ ਮਸੰਦ ਸੀ ਸਭ ਦਸਤਾਰਾਂ ਲੈ ਕਰਕੇ ਆਏ। ਸਾਕ ਸੰਬੰਧੀ ਜਿਤਨੇ ਸੀ ਫਿਰ ਉਹਨਾਂ ਸਾਰਿਆਂ ਨੇ ਬਾਬਾ ਗੁਰਦਿੱਤਾ ਜੀ ਦੇ ਸਹੁਰਾ ਸਾਹਿਬ ਵੀ ਇਹ ਦਸਤਾਰ ਬੰਦੀ ਲੈ ਕਰਕੇ ਆਏ ਹੈ। ਏਦਾਂ ਕਹਿ ਲੋ ਕਿ ਦਸਤਾਰਾਂ ਦਾ ਇੱਕ ਬਹੁਤ ਵੱਡਾ ਢੇਰ ਲੱਗਣਾ ਕੀਤਾ ਹੈ। ਸ੍ਰੀ ਹਰਿ ਰਾਏ ਹਾਥ ਤੇ ਦਾਨ, ਮੰਗਤ ਜਨਨ ਦੁਆਏ ਮਹਾਨ। ਕਿ ਸ੍ਰੀ ਹਰਿ ਰਾਏ ਸਾਹਿਬ ਜੀ ਦੇ ਹੱਥੋਂ ਫਿਰ ਮੰਗਤੇ ਦਾਨ ਮੰਗਦੇ ਐ
ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਫਿਰ ਇਹਨਾਂ ਤੋਂ ਦਾਨ ਦਵਾਰੇ ਹੈ ਤੇ ਨਾਲ ਸ੍ਰੀ ਹਰਿਰਾਏ ਸਾਹਿਬ ਜੀ ਦੇ ਮਾਤਾ ਜੀ ਲਾਗੇ ਖਲੋਤੇ ਹੋਏ ਹੈ। ਬਾਬਾ ਗੁਰਦਿੱਤਾ ਜੀ ਦੀ ਧਰਮ ਸਪਤਨੀ, ਕਿਉਂਕਿ ਭਾਵੇਂ ਧੀਰਮਲ ਨਹੀਂ ਸੀ ਨਾ ਆਇਆ, ਬਾਬਾ ਗੁਰਦਿੱਤਾ ਜੀ ਦੀ ਧਰਮ ਸਪਤਨੀ ਗੁਰਸਿੱਖਾਂ ਨੂੰ ਸਾਥ ਵਿੱਚ ਲੈ ਕੇ ਤੇ ਕੀਰਤਨਪੁਰ ਸਾਹਿਬ ਇਸ ਸਮਾਗਮ ਵਿੱਚ ਸ਼ਾਮਲ ਹੋਏ ਹੈ। ਤੇ ਜਦੋਂ ਸ੍ਰੀ ਹਰਿਰਾਏ ਜੀ ਨੂੰ ਦਸਤਾਰਬੰਦੀ ਹੋਈ ਹੈ, ਨਾਲ ਖਲੋਤੇ ਹੋਏ ਹੈ, ਬੜੀ ਗੰਭੀਰਤਾ ਦੇ ਵਿੱਚ ਨੇ, ਪਰ ਆਪਣੇ ਸਾਹਿਬਜ਼ਾਦੇ ਦੇ ਨਾਲ ਹੋ ਕਰਕੇ ਖਲੋਣਾ ਕੀਤਾ ਹੈ। ਹਰ ਪਾਸੇ ਫਿਰ ਬਖਸ਼ਾਂ ਤੇ ਅਸੀਸਾਂ ਹੀ ਮਿਲ ਰਹੀਆਂ, ਹਰ ਪਾਸੇ ਤੋਂ ਬਖਸ਼ਾਂ ਤੇ ਅਸੀਸਾਂ ਮਿਲ ਰਹੀਆਂ। ਸਤਿਗੁਰੂ ਜੀ ਮਹਾਰਾਜ ਦੇ ਦਰਬਾਰ ਵਿੱਚ ਫਿਰ ਸੰਗਤਾਂ ਨੇ ਬੜੇ ਸਾਰੇ ਘੋੜੇ, ਵਸਤਰ ਤੇ ਧਨ, ਹੋਰ ਬਹੁਤ ਸਾਰੀਆਂ ਭਿਟਾਵਾਂ ਜਿਹੜੀਆਂ ਲਿਆ ਕਰਕੇ ਅੰਬਾਰ ਲਗਾਣਾ ਕੀਤੇ ਐ। ਤੇ ਸਾਰੀਆਂ ਸੰਗਤਾਂ ਫਿਰ ਦਸਤਾਰਬੰਦੀ ਤੋਂ ਬਾਅਦ ਇਹੀ ਕਹਿ ਉੱਠੀਆਂ, ਕਹਿੰਦੀਆਂ ਬਈ ਸਮਝੋ ਕਿ ਇਸ ਤੋਂ ਬਾਅਦ ਸਤਵੇਂ ਪਾਤਸ਼ਾਹ ਸ੍ਰੀ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਸੁਭਾਏ ਮਾਨ ਹੋਣਗੇ। ਕਿ ਇਸ ਸਮਾਗਮ ਤੋਂ ਇਹ ਸੰਕੇਤ ਮਿਲਦਾ ਹੈ, ਇਸ ਸਮਾਗਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਤਵੇਂ ਸਤਿਗੁਰੂ ਜੀ ਮਹਾਰਾਜ ਸ੍ਰੀ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਣਗੇ। ਕਿਉਂਕਿ ਜਿਨ੍ਹਾਂ ਨੇ ਕਿ ਸਤ ਬਚਨ ਦੇ ਅਧਿਕਾਰੀ ਹੋ ਕਰਕੇ ਤੇ ਸੇਵਾ ਕਰਨਾ ਕੀਤੀ ਹੈ। ਏਦਾਂ ਹੁਣ ਇਸ ਦਿਹਾੜੇ ਤੇ ਜਿੱਥੇ ਦਸਤਾਰਬੰਦੀ ਹੋਈ, ਉੱਥੇ ਸਾਰੀਆਂ ਸੰਗਤਾਂ ਨੇ ਗੁਰਤਾ ਗੱਦੀ ਵਾਸਤੇ ਵੀ ਹਾਂ ਵਿੱਚ ਹਾਂ ਮਿਲਾਣਾ ਕੀਤੀ ਹੈ। ਸਤਿਗੁਰਾਂ ਨੇ ਆਈਆਂ ਹੋਈਆਂ ਸੰਗਤਾਂ ਦੀ ਮਸੰਦਾਂ ਨੂੰ ਕਹਿ ਕੇ ਹਰ ਪੱਖ ਤੋਂ ਬੜੀ ਸਾਰੀ ਖਾਤਰਦਾਰੀ, ਸੇਵਾ, ਪ੍ਰਸ਼ਾਦੇ ਪਾਣੀ ਦੀ ਕਰਵਾਣਾ ਕੀਤੀ ਹੈ। ਸੰਗਤਾਂ ਨੇ ਫਿਰ ਗੁਰੂ ਚਰਨਾਂ ਵਿੱਚ ਬੈਠ ਕਰਕੇ ਤੇ ਇਹ ਬਖਸ਼ਿਸ਼ ਲੈਣਾ ਕੀਤੀ ਹੈ। ਸੋ ਅੱਜ ਇੱਥੇ ਸਮਾਪਤੀ, ਕੱਲ ਨੂੰ ਫੇਰ ਸਤਿਗੁਰੂ ਜੀ ਕਿਰਪਾ ਕਰਨਗੇ। ਇਸ ਤੋਂ ਅੱਗੇ ਜਿਵੇਂ ਵੀ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਆਉਣਗੇ, ਜੇ ਸਤਿਗੁਰਾਂ ਦੀ ਰਹਿਮਤ ਹੋਏਗੀ ਤੇ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ, ਮਨ ਕਰਕੇ, ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਤਨਤਾ ਦੀ ਜੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ। ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਤਨਤਾ ਦੇ ਜੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ ਹੈ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਤਨਤਾ ਦੀ ਜੋਗ ਬਣ ਸਕੇ।